ਜਿਹੜਾ ਰਜਿਸਟਰਡ ਫਤਵਾ ਜਿਹੜਾ ਆਵੇ ਇੰਟਰਨੈਸ਼ਨਲ ਲੈਵਲ ਤੇ ਕਿਉਂ ਨਹੀਂ ਲਾਉਂਦੇ ਕਿ ਵਰਲਡ ਵਾਈਡ ਫਤਵਾ ਲਾਇਆ ਜਾਏ ਇਹਦੇ ਉੱਤੇ, ਇਹਦੇ ਮਿਰਜ਼ਾ ਜੇਲਮੀ ਤੇ? ਫਤਵਾ ਜਿਹੜਾ ਹੈ ਨਾ ਜੀ, ਫਤਵਾ ਤੇ ਸਭ ਤੋਂ ਪਹਿਲੇ ਫਤਵਾ ਆਜਜ਼ ਨੇ ਲਾਇਆ ਸੀ ਇਹਦੇ ਤੇ। ਸੁਭਾਨ ਅੱਲਾ। ਸਭ ਤੋਂ ਪਹਿਲੇ ਤੇ ਫਤਵਾ ਤੇ ਆਜਜ਼ ਦਾ ਹੀ ਲੱਗਾ ਹੋਇਆ ਹੈ। ਕਿਹੜੇ ਸਾਲ ਨਹੀਂ ਲਾਇਆ ਸੀ ਜੇ? ਇਹ ਤੇ ਜਦੋਂ ਲੰਗੋਟਾ ਬੰਦਾ ਸੀ ਨਾ ਜੀ ਮਿਰਜ਼ਾ ਜੂਨੀਅਰ ਜੇਲਮੀ, ਅਜੇ ਨੇ ਚੈਨਲ ਨਵਾਂ ਬਣਾਇਆ ਸੀ। ਸਹੀ। ਇਹਦੇ ਦੋ ਚੈਨਲ ਨੇ, ਇੱਕ ਇਹਦਾ ਸੀ ਪਹਿਲੇ ਵਾਲਾ ਚੈਨਲ ਸੀ, ਉਹ ਇਹਨੇ ਬਾਅਦ ਚੋਂ ਉਹਨੂੰ ਸਟਾਪ ਕਰ ਦਿੱਤਾ ਸੀ। ਉਹ YouTube ਤੇ ਚੱਲਦਾ ਸੀ ਇਹਦਾ? ਹਾਂ YouTube ਅਜੇ ਨਵੀਂ ਆਈ ਸੀ, ਉਹ ਨਵੇਂ ਦਿਨ ਸਨ। ਬਿਲਕੁਲ ਸਹੀ। ਤੇ ਇਹ ਉਹਨੇ ਕੀਤਾ ਸੀ ਬੰਦ। ਜਦੋਂ ਇਹਦੀ ਨਵਾਂ ਚੈਨਲ ਜਿਹੜਾ ਆਇਆ ਸੀ ਨਾ, ਅਸੀਂ ਤੇ ਉਦੋਂ ਹੀ ਫੜ ਲਿਆ ਸੀ ਇਹਨੂੰ। ਇਹ ਚੈਨਲ ਜਿਹੜਾ ਵੇ ਨਾ, ਜਿਹੜਾ ਅੱਜ ਕੱਲ ਜਿਹਦੇ 2-3 ਮਿਲੀਅਨ ਫਾਲੋਵਰ ਤੇ ਸਬਸਕ੍ਰਾਈਬਰ ਨੇ, ਇਹ ਬਾਅਦ ਚ ਬਣਾਇਆ ਗਿਆ। ਤੇ ਅਸੀਂ ਤੇ ਫਤਵਾ ਉਦੋਂ ਹੀ ਲਾ ਦਿੱਤਾ ਸੀ ਇਹਦੇ ਤੇ। ਹਾਂਜੀ। ਤੇ ਇਹ ਸਭ ਤੋਂ ਪਹਿਲੇ ਆਜਜ਼ ਨੇ ਇਹਦਾ ਰੱਦ ਕਰਨਾ ਸ਼ੁਰੂ ਕੀਤਾ ਸੀ, ਤੇ ਉਸ ਤੋਂ ਬਾਅਦ ਫਿਰ ਕਈ ਸਾਲ ਬਾਅਦ ਜਾ ਕੇ ਕੰਮ ਸ਼ੁਰੂ ਕੀਤਾ ਸੀ ਮੌਲਾਨਾ ਅਲੀ ਨਵਾਜ਼ ਸਾਹਿਬ ਨੇ। ਇਹ ਤਾਰੀਖ ਤੁਹਾਨੂੰ ਮੈਂ ਦੱਸਣ ਲੱਗਾ ਜੇ, ਹਿਸਟਰੀ। ਫਿਰ ਮੌਲਾਨਾ ਅਲੀ ਨਵਾਜ਼ ਸਾਹਿਬ ਨੇ ਕੰਮ ਜਦੋਂ ਸ਼ੁਰੂ ਕੀਤਾ, ਤੇ ਉਹਨਾਂ ਤੋਂ ਵੀ ਕੋਈ 2-3 ਸਾਲ ਬਾਅਦ ਜਾ ਕੇ ਫਿਰ ਮੁਫਤੀ ਰਾਸ਼ਦ ਰਿਜ਼ਵੀ ਸਾਹਿਬ ਨੇ, ਇਹ ਤੀਜੇ ਬੰਦੇ ਸਨ। ਬਿਲਕੁਲ ਸਹੀ। ਇਸ ਮੈਦਾਨ ਚ ਤੀਜਾ ਬੰਦਾ ਜਿਹੜਾ ਸੀ ਉਹ ਸੀ ਮੁਫਤੀ ਰਾਸ਼ਦ ਰਿਜ਼ਵੀ। ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਤੇ ਫਿਰ ਕੋਈ ਉਹਨਾਂ ਤੋਂ ਵੀ 3-4-5 ਸਾਲ ਬਾਅਦ ਜਾ ਕੇ ਇੱਕ ਹੋਰ ਲਾਹੌਰ ਦੇ ਮੁਫਤੀ ਸਾਹਿਬ, ਮੁਫਤੀ ਮੁਸ਼ਾਹਦ ਹੁਸੈਨ ਸਾਹਿਬ, ਉਹ ਇਸ ਮੈਦਾਨ ਚ ਕੂਦੇ। ਤੇ ਇਹ ਫਿਰ ਪੇ ਦਰ ਪੇ 4 ਮੁਫਤੀ ਇਹਦੇ ਤੇ ਕੰਮ ਕਰਦੇ ਰਹੇ। ਫਿਰ ਜਦੋਂ ਮੁਫਤੀ ਮੁਸ਼ਾਹਿਦ ਰਿਜ਼ਵੀ ਨੇ ਕੰਮ ਸ਼ੁਰੂ ਕੀਤਾ, ਤੇ ਉਸ ਤੋਂ ਵੀ ਕੋਈ 4-5 ਸਾਲ ਬਾਅਦ ਜਾ ਕੇ ਇੱਕ ਜੇਲਮ ਦੇ ਮੁਫਤੀ ਸਾਹਿਬ ਹਸਨ ਰਜ਼ਾ ਯਲਦਰਮ ਸਾਹਿਬ, ਇਹ 5ਵੇਂ ਮੁਫਤੀ ਨੇ ਇਸ ਮੈਦਾਨ ਦੇ ਵਿੱਚ। ਸਮਝ ਆਈ ਕਿ ਨਹੀਂ? ਤੇ ਇਹ ਵੇ ਤਾਰੀਖ ਤੁਹਾਨੂੰ ਦੱਸ ਰਹੇ ਆ ਥੋੜੀ ਜਿਹੀ। ਇਹ 2008 ਚ ਆਇਆ ਸੀ ਨਾ ਮੁਫਤੀ ਸਾਹਿਬ? 2008-6। ਹਾਂਜੀ, ਪੁਰਾਣੀਆਂ ਗੱਲਾਂ ਨੇ ਜੀ, ਪੁਰਾਣੀਆਂ ਗੱਲਾਂ ਨੇ। ਜੀ ਮੈਂ ਬਿਲਕੁਲ ਉਦੋਂ ਦਾ ਇਹਨੂੰ ਚੈੱਕ ਕਰ ਰਹੇ ਆ, ਹਿਸਾਬ ਲਾ ਲਓ ਜੀ। ਤੇ ਗੱਲ ਹੈ ਵੇ ਕਿ ਇੱਕ ਅਦਾਰੇ ਕਿਸੇ ਇੱਕ ਹੱਦ ਤੱਕ ਇਗਨੋਰ ਕਰਦੇ ਨੇ। ਇਹ ਆਖਰੀ ਤੇਲ ਵੇਂਦੇ ਨੇ, ਤੇਲ ਦੀ ਧਾਰ ਵੇਂਦੇ ਨੇ, ਉਸ ਤੋਂ ਬਾਅਦ ਜਦੋਂ ਨੱਪਦੇ ਨੇ ਨਾ, ਤੇ ਛੁਡਾ ਕੋ ਨਹੀਂ ਜੇ ਸਕਦਾ। ਹਾਂ, ਕੋਈ ਕਿਸੇ ਭੁੱਲ ਚ ਨਾ ਰਵੇ। ਇਹ ਜਿਹੜੇ ਤੁਹਾਨੂੰ ਫਾਲੋਵਰ ਨਜ਼ਰ ਆਉਂਦੇ ਨੇ ਨਾ, ਵੀ ਇਹ ਕੌਣ ਨੇ? ਇਹ ਨੇ ਮੁਲਹਿਦੀਨ ਨੇ, ਇਹ ਰਾਹ ਦੇ ਏਜੰਟ ਨੇ, ਮੁਸਾਦ ਦੇ ਏਜੰਟ ਨੇ, ਇਹ ਇਸਲਾਮ ਮੁਖਾਲਫ ਤੇ ਪਾਕਿਸਤਾਨ ਮੁਖਾਲਫ, ਜ਼ਬਰਦਸਤ ਪਾਕਿਸਤਾਨ ਮੁਖਾਲਫ ਲੋਕ ਨੇ, ਜਿਹੜੇ ਕਿ ਇਹ ਇਸਲਾਮੀ ਆਈਡੀਜ਼ ਬਣਾ ਕੇ, ਫੇਕ ਆਈਡੀਜ਼ ਬਣਾ ਕੇ ਇਹ ਕੰਮ ਕਰ ਰਹੇ ਨੇ। ਇਹ ਹੁਣ ਵੇਖੋ ਨਾ ਕਿ ਮੈਂ ਆਪਣੇ YouTube ਚੈਨਲ ਤੇ ਵੀਡੀਓ ਅਪਲੋਡ ਕੀਤੀ ਹੈ, ਤੇ ਉਹਦੇ ਥੱਲੇ ਕਮੈਂਟ ਜਾ ਕੇ ਦੇਖ ਲਓ। ਕਮੈਂਟ ਆਏ ਨੇ ਮੁਖਾਲਿਫੀਨ ਦੇ, ਉਹ ਸ਼ੋਅ ਇਹ ਕਰ ਰਹੇ ਨੇ ਅਸੀਂ ਮਿਰਜ਼ਾ ਜੂਨੀਅਰ ਜੇਲਮੀ ਦੇ ਫਾਲੋਵਰ, ਜਬਕਿ ਉਹ ਮਿਰਜ਼ਾ ਜੂਨੀਅਰ ਦੇ ਫਾਲੋਵਰ ਨਹੀਂ, ਉਹ ਨੇ ਇੱਕ ਥਰਡ ਪਾਰਟੀ ਹੈ। ਬਿਲਕੁਲ ਸਹੀ। ਇੱਕ ਲੁਕੀ ਹੋਈ ਪਾਰਟੀ ਹੈ ਜਿਹਨੂੰ ਤੁਸੀਂ ਲੱਭ ਨਹੀਂ ਸਕਦੇ। ਉਹ ਮਤਲਬ ਮੁਲਕੋਂ ਬਾਹਰ ਬੈਠੇ ਨੇ, ਮੁਲਕੋਂ ਬਾਹਰ ਬਹਿ ਕੇ ਆਈਡੀਜ਼ ਚਲਾ ਰਹੇ ਨੇ, ਔਰ ਐਂਟੀ ਪਾਕਿਸਤਾਨ, ਐਂਟੀ ਇਸਲਾਮ, ਔਰ ਐਂਟੀ ਫੌਜ, ਔਰ ਐਂਟੀ ਪਾਕਿਸਤਾਨ ਗੌਰਮੈਂਟ ਉਹ ਆਈਡੀਜ਼ ਨੇ। ਤੇ ਉਹਨਾਂ ਨੂੰ ਡਾਇਰੈਕਟ ਜਿਹੜਾ ਵੇ ਮੁਸਾਦ ਤੇ ਰਾਹ ਜਿਹੜੀ ਏ ਹੈਂਡਲ ਕਰ ਰਹੀ ਏ, ਤੇ ਪਿੱਛੇ ਪਰਦਾ ਉਹ ਲੋਕ ਨੇ। ਜ਼ਬਰਦਸਤ। ਇਹਨੂੰ ਹਕਾਇਕ ਨੂੰ ਜਿੰਨਾ ਚਿਰ ਨਾ ਸਮਝੋਗੇ, ਉਹ ਗੱਲ ਨਹੀਂ ਬਣੇਗੀ। ਸਮਝ ਆਈ ਕਿ ਜਨਾਬ, ਇਹ ਐਨਜੀਏ ਕਿ ਜਿਵੇਂ ਕਿ ਇੰਡੀਆ ਦੇ ਵਿੱਚ ਤੁਸੀਂ ਫਸਾਦਾਤ ਕਰਵਾਉਣਾ ਚਾਹੁੰਦੇ ਹੋ। ਹੁਣ ਫਸਾਦਾਤ ਦੇ ਵਿੱਚ ਹੋਏਗਾ ਹੈ ਕਿ ਇਹ ਇੰਡੀਆ ਦਾ ਜਿਹੜਾ ਇਸ ਟਾਈਮ ਮੋਦੀ ਏ, ਉਹਦੇ ਮੁਖਾਲਫ ਜਿਹੜੀ ਪਾਰਟੀ ਏ, ਤੁਸੀਂ ਕੀ ਕਰੋ ਕਿ ਆਪਣੇ ਆਪ ਨੂੰ ਹਿੰਦੂ ਸ਼ੋਅ ਕਰੋ। ਹੈ ਤੁਸੀਂ ਮੁਸਲਮਾਨ ਹੋ, ਹਿੰਦੂ ਸ਼ੋਅ ਕਰਨਾ ਹੈ, ਤੇ ਉਹ ਜਿਹੜੀ ਮੁਖਾਲਫ ਪਾਰਟੀ ਹੈ ਨਾ, ਤੁਸੀਂ ਉਹਨਾਂ ਦਾ ਆਪਣੇ ਆਪ ਨੂੰ ਤੁਸੀਂ ਰੁਕਨ ਸ਼ੋਅ ਕਰਨਾ ਕਿ ਮੈਂ ਉਹਨਾਂ ਦਾ ਰੁਕਨ।
ਹੁਣ ਤੁਸੀਂ ਉਹਨਾਂ ਦਾ ਰੁਕਨ ਬਣ ਕੇ ਜੋ ਮਰਜ਼ੀ ਤਾਬੜ ਤੋੜ ਹਮਲੇ ਕਰੋ, ਲੋਕਾਂ ਨੇ ਇਹੋ ਹੀ ਸਮਝਣਾ ਹੈ ਕਿ ਇਹ ਮੋਦੀ ਦੀ ਮੁਖਾਲਫ ਪਾਰਟੀ ਦੇ ਲੋਕ ਨੇ। ਜ਼ਬਰਦਸਤ। ਲੋਕਾਂ ਨੂੰ ਤੇ ਨਹੀਂ ਪਤਾ ਕਿ ਬਈ ਅੰਦਰ ਖਾਨੇ ਹੈ ਪਾਕਿਸਤਾਨੀ ਹੈ ਤੇ ਇੱਕ ਮੁਸਲਮਾਨ ਹੈ। ਬਈ ਰੋਲੇ ਨੇ ਇਹ ਸੋਸ਼ਲ ਮੀਡੀਆ ਇੱਕ ਦਜਾਲੀ ਗੇਮ ਹੈ। ਇਹਨੂੰ ਗੇਮ ਨੂੰ ਜਿੰਨਾ ਚਿਰ ਨਾ ਸਮਝਾਂਗੇ ਤੇ ਉਹ ਕੰਮ ਅੱਗੇ ਟੁਰਨਾ ਨਹੀਂ। ਹੁਣ ਵੇਖੋ ਨਾ ਕਿ ਪੀਟੀਆਈ ਦਾ ਸ਼ੋਅ ਕਰਦੇ ਨੇ, ਆਪਣੀ ਤਸਵੀਰ ਲਾਈ ਹੁੰਦੀ ਹੈ ਇਮਰਾਨ ਖਾਨ ਦੀ, ਔਰ ਉਹ ਸ਼ੋਅ ਕਰਦਾ ਹੈ ਕਿ ਮੈਂ ਪੀਟੀਆਈ ਦਾ ਹੂੰ। ਹੁਣ ਉਹ ਬੋਲੇਗਾ ਜਨਾਬ ਫੌਜ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਹਰਜ਼ਾ ਸਰਾਈਆਂ ਕਰੇਗਾ। ਹੁਣ ਉਹ ਜਿੰਨਾ ਵੀ ਬਲੰਡਰ ਪਵੇਗਾ ਨਾ, ਲੋਕੀ ਇਹੋ ਹੀ ਕਹਿਣਗੇ ਕਿ ਭਾਈ ਇਹ ਜੀ ਪੀਟੀਆਈ ਬੋਲਦੀ ਹੈ ਭਾਈ। ਉਹ ਗੰਦੀ ਪੀਟੀਆਈ ਨੇ ਹੋਣਾ, ਉਹ ਇਮਰਾਨ ਖਾਨ ਨੇ ਗੰਦਾ ਹੋ ਜਾਣਾ। ਸੋ ਪਾਸਪੋਰਟ ਵੀ ਸਾਡੇ ਸਾਹ ਮੁਫਤੀ ਸਾਹਿਬ ਬਣਾਣੇ। ਇਹ ਗੱਲਾਂ ਨੇ ਨਾ, ਇਹ ਬਾਬਾ ਜੀ ਇਹ ਗੱਲ ਸਮਝਣੀ ਪੈਣੀ ਹੈ ਪਹਿਲੇ। ਜਿੰਨਾ ਚਿਰ ਗੱਲ ਨਹੀਂ ਸਮਝਾਂਗੇ, ਗੱਲ ਦੀ ਤਹਿ ਤੱਕ ਨਾ ਜਾਵਾਂਗੇ, ਗੱਲ ਅੱਗੇ ਟੁਰਨੀ ਨਹੀਂ। ਇਹ ਗੱਲ ਜੀ ਬਹੁਤ ਖੂਬ, ਬਹੁਤ ਖੂਬ। ਮੈਂ ਤੁਹਾਨੂੰ 4 ਸਾਲ ਪਹਿਲੇ ਵੀ ਸੁਣਿਆ ਸੀ ਇਹੀ ਕਹਿੰਦੇ ਕਿ ਇਹ ਜਿਹੜੇ ਵਿੱਚ ਕਾਫਰ, ਵਿੱਚ ਮੁਲਹਦ, ਵਿੱਚ ਮਿਰਜ਼ਾ, ਵੱਡੇ ਮਿਰਜ਼ੇ ਦੇ ਜਿਹੜੇ ਪੂਰੇ ਫੋਲੋਅਰਸ, ਇਹੀ ਜਿਹੜੇ ਨਾ ਸਰਗਰਮੇ ਅਮਲ ਹੈਗੇ ਨੇ। ਸਾਨੂੰ ਇਸ ਕਹਾਣੀ ਨੂੰ, ਇਸ ਗੇਮ ਨੂੰ ਸਮਝਣਾ ਪਏਗਾ, ਗੇਮ ਨੂੰ ਸਮਝਣਾ ਪਏਗਾ। ਬਿਲਕੁਲ ਬਿਲकुल ਜ਼ਬਰਦਸਤ ਮੁਫਤੀ ਸਾਹਿਬ ਜੀ, ਮੁਹੱਫਿਜ਼ ਸਾਹਿਬ। ਨਹੀਂ ਇਹ ਬਸ ਕਿੱਸਾ, ਬਸ ਅੱਜ ਦੀ ਡੇਟ ਨੋਟ ਕਰ ਲਓ। ਬਲਕਿ ਅੱਜ ਕਿੰਨੀ 27 ਹੋ ਗਈ ਹੈ, ਕੱਲ 26 ਸੀ ਤੇ 26 ਤੇ 25 ਡੇਟ ਇੱਕ ਤਾਰੀਖ ਦਾ ਹਿੱਸਾ ਬਣ ਗਈ। 25 ਅਗਸਤ 2025 ਇਹ ਤਾਰੀਖ ਦੇ ਵਿੱਚ ਲਿਖਿਆ ਜਾਣਾ ਜੀ। ਸੁਭਾਨ ਅੱਲਾਹ, ਕਿ ਮਿਰਜ਼ਾ ਜੂਨੀਅਰ ਜੇਲ੍ਹ ਵਿੱਚ ਅਰੈਸਟ ਹੋਇਆ ਸੀ। ਵਾਹ। ਔਰ 25 ਅਗਸਤ ਨੂੰ ਅਰੈਸਟ ਹੋਇਆ ਸੀ। 26 ਨੂੰ ਇਹਦੇ ਤੇ ਉੱਤੇ 26 ਅਗਸਤ ਨੂੰ ਇਹਦੇ ਉੱਤੇ 295 ਸੀ ਲੱਗੀ ਸੀ। ਤੇ ਹੁਣ ਅਗਲੀ ਡੇਟ ਦਾ ਇੰਤਜ਼ਾਰ ਕਰੋ ਕਿ ਫਾਂਸੀ ਕਿਹੜੇ ਦਿਨ ਲੱਗਦੀ। ਇਹ 3 ਡੇਟਾਂ ਜਿਹੜੀਆਂ ਨੇ ਇਹ ਤੇ ਤਾਰੀਖ ਦਾ ਹਿੱਸਾ ਬਣਨੀਆਂ ਨੇ, ਤੁਸੀਂ ਵੇਖਿਆ ਜੀ। ਹਾਂ ਹਾਂ, ਨਹੀਂ ਨਹੀਂ ਇਹ ਕੋਈ ਹਾਸਾ ਮਜ਼ਾਕ ਨਹੀਂ ਜੇ। ਨਹੀਂ ਮੈਂ ਸਰਕਾਰ, ਮੈਂ ਖੁਸ਼ੀ ਦਾ ਇਜ਼ਹਾਰ ਕਰਨਾ ਪਿਆ ਹੱਸ ਕੇ, ਫਾਂਸੀ ਦਾ ਸੁਣ ਕੇ। ਥੱਲੇ ਸਨੀ ਸਾਹਿਬ अपना रिक्वेस्ट कर रहे हैं कि जी FIR दिखाई थी सनी भाई, अभी दिखा देते हैं। FIR कौन पई है मेरे, आ जाओ बहा देने हैं तुम जी, आ जाओ काल ते आ जाओ, उत्ते आ जाओ सनी भाई, उत्ते आ जाओ। FIR भी बहा देने। मुफ्ती साहब एक और सवाल है, ਇਹ ਦੱਸੋ ਇਹਦੇ ਜਿਹੜੇ ਫੋਲੋਅਰ ਸਟੂਡੈਂਟ ਨੇ ਇਸ ਟਾਈਮ ਮੁਸ਼ਤਿਲ ਹੋਏ ਨੇ, ਆਪਣੇ ਬਾਹਰ ਹੋਏ ਨੇ? ਕੋਈ ਨਹੀਂ ਹੈ ਜੇ। ਕੀ ਕਰਦੇ ਹੋ ਫਿਰ ਡਾਕਟਰ ਡੂ, ਕੀ ਕਰਦੇ ਹੋ? ਕੋਈ ਵੀ ਨਹੀਂ ਹੈ ਹੀ ਕੋਈ ਨਹੀਂ। ਉਹ ਸਟੂਡੈਂਟ ਆਪੇ ਤੋਂ ਬਾਅਦ ਕਿਹੜਾ ਸਟੂਡੈਂਟ ਹੈ? ਉਹ ਜਿਹੜਾ ਸਟੂਡੈਂਟ ਵੀ ਨਿਕਲੇਗਾ ਨਾ ਟੁੰਗਿਆ ਜਾਏਗਾ ਅੰਦਰ। ਹਾਂਜੀ ਅਜੇ ਹੁਣ ਜਲੂਸ ਕੱਢਿਆ ਸੀ ਇਹਨਾਂ ਨੇ ਕੋਈ ਉੱਥੇ ਜੇਲਮ ਚ, ਤੇ ਉਹ ਜਿੰਨੇ ਸਾਰਿਆਂ ਬੰਦਿਆਂ ਨੂੰ ਪੁਲਿਸ ਨੇ ਅੰਦਰ ਡੱਕ ਦਿੱਤਾ ਜੀ। ਹਾਂਜੀ ਹਾਂਜੀ ਪੱਕੀ खबर जी। हाँ जी सनी साहब आ गए जी जनाब। अस्सलाम वालेकुम मुफ्ती साहब, क्या हाल है? जी वालेकुम सलाम जनाब। तो सर मैं अरमगान बात कर रहा हूँ, आपसे बातचीत होती रहती है। तो मैं जानना चाह रहा था कि सिर्फ ये अभी पता लगा है कि ये MPO के तहत गिरफ्तार हुआ है, FIR देखने में ये ले FIR भी आपको दिखा देते। हाँ जी शुक्रिया। ये ले नजर आ रहा है, ये 295 से माशाल्लाह नजर आ रहा है, नजर आ रही है ना? जबरदस्त जबरदस्त। ये नजर आ रहा है। ये जनाब का नाम हुमैर अली कादरी, नेकाबाद, मराड़ियाँ शरीफ गुजरात, ठीक है। और ये इंजीनियर मिर्जा का भी नाम नजर आ रहा होगा जी जी। और ये जुर्म भी नजर आ रहा है 295 सी। जी जी जी। वाह बड़ा। रही बात ये कि डेट एलो डेट भी वेख लो। ਮੁਫਤੀ ਸਾਹਿਬ ਅਸੀਂ ਇਹ ਕਾਪੀ ਅਸੀਂ ਲੱਭ ਸਕਦੇ ਹਾਂ ਗੂਗਲ ਤੋਂ? ਤੁਸੀਂ ਮੈਨੂੰ WhatsApp ਕਰੋ, ਮੈਂ ਹੁਣੇ ਆ। ਤੇ ਇੰਨੀ ਆਮ ਹੋਈ ਏ, ਹਰ ਦੂਜੇ ਬੰਦੇ ਨੇ ਅਪਲੋਡ ਕੀਤੀ ਏ, Facebook की, YouTube की, WhatsApp की। ਇਹ ਡੇਟ ਨੋਟ ਕਰੋ 24/8/2025 11 ਵਜੇ। ਹਾਂ 11 AM ਸੁਬਹ ਦੇ। ਹਾਂਜੀ ਹਾਂ ਬਰਾਏ ਤਸਦੀਕ ਉੱਤੇ ਲਿਖਿਆ ਵੀ ਹੈ, ਉੱਤੇ ਉਹਦੀ ਨਾ ਕੋਡ ਵੀ ਗਾ ਜੇ ਬਰਾਏ ਤਸਦੀਕ।
ਹਾਂ ਅੱਛਾ ਇਹ ਇੱਧਰ fake ਨਹੀਂ। ਇੱਧਰ ਇਹ ਬੜੀ ਗੇਮ ਹੋਈ ਹੈ। ਮੈਂ ਡੇਟ ਅਜੇ ਹੁਣ ਨੋਟ ਕਰ ਰਿਹਾ ਵਾਂ। ਇਹਦਾ ਮਤਲਬ ਇਹਨੂੰ ਅਰੈਸਟ ਕਰਨ ਤੋਂ ਪਹਿਲੇ ਹੀ ਇਹ ਖੁਫੀਆ ਰੱਖਿਆ ਗਿਆ ਹੈ। ਹਾਂ 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 ਪੰਜੀ ਯਾਨੀ ਦੋ ਇੱਧਰ ਪੰਜੀ ਨੂੰ ਕੀਤਾ ਨੇ ਗ੍ਰਿਫਤਾਰ ਤੇ ਕਿਹਾ ਹੈ ਜੀ ਅਸੀਂ 3 MPO ਦੇ ਤਹਿਤ ਤੈਨੂੰ ਗ੍ਰਿਫਤਾਰ ਕੀਤਾ ਹੈ। ਜੀ ਲੇਕਿਨ FIR ਕੱਟ ਚੁੱਕੀ ਸੀ। ਓਏ ਹੋਏ 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 ਇਹ ਮੈਂ ਹੁਣ ਨੋਟ ਕੀਤਾ ਜੇ। ਯਕੀਨ ਮੰਨੋ ਇਹ ਮੈਂ ਡੇਟ ਹੁਣ ਵੇਂਦਾ ਜੇ ਪਿਆ 24 ਤਰੀਕ ਨੂੰ FIR ਕੱਟ ਹਾਂ ਚੁੱਕੀ ਹੈ। ਯਾਨੀ ਡੇਟ ਪਹਿਲੇ FIR ਹੋ ਚੁੱਕੀ ਹੈ। ਓਏ ਹੋਏ 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 ਅੱਛਾ ਅੱਛਾ ਜ਼ਬਰਦਸਤ। ਇਹ ਬੜੀ ਗੇਮ ਪਾਈ ਹੈ ਪੁਲਿਸ ਨੇ ਵੀ ਹੈ। ਬੱਲੇ ਭਾਈ ਇਹਨਾਂ ਉਨਕੀ ਅੰਜਾਮ ਵੇਖਦੇ ਹੋ ਤੁਸੀਂ? ਅੰਜਾਮ ਅਜੇ ਹੁਣ ਦੱਸਿਆ ਤੇ ਐਵੇਂ ਫਾਂਸੀ ਹੈ ਬਸ। शाह जी FIR के बगैर पुलिस किसी भी मुजरम को अरेस्ट नहीं कर सकती है। शक की बुनियाद पे ਨਹੀਂ ਉਹ ਇੱਕ ਲਾ ਵੇ ਇਹ 3 MPO ਦੇ ਤਹਿਤ ਹੁੰਦਾ ਹੈ ਕਿ ਭਾਈ ਨਕਸੇ ਅਮਨ ਦਾ ਖਦਸ਼ਾ ਹੋਏ ਜਾਂ ਕਿਸੇ ਦੀ ਜਾਨ ਦਾ ਖਦਸ਼ਾ ਹੋਏ ਤੇ ਪੁਲਿਸ ਉਹਨੂੰ ਕਰ ਸਕਦੀ ਹੈ ਕਿ ਭਾਈ ਹਿਫਾਜ਼ਤ ਦੇਣ ਵਾਸਤੇ। ਉਹ ਸ਼ੋਅ ਇਹਨਾਂ ਨੇ ਪਹਿਲੇ ਇਹੋ ਹੀ ਕੀਤਾ ਕਿ ਤੈਨੂੰ ਅਸੀਂ ਨਾ ਤੇਰੀ ਜਾਨ ਨੂੰ ਖਤਰਾ ਹੈ ਤੇ ਤਾਂ ਵਾਸਤੇ ਤੈਨੂੰ ਅਰੈਸਟ ਕਰ ਹਾਂ ਸ਼ੋਅ ਹੈ ਕੀਤਾ ਨੇ। ਲੇਕਿਨ ਉਹ ਜਦੋਂ ਜੇਲੇ ਪਹੁੰਚ ਗਿਆ ਨਾ ਤੇ ਇਹ ਇਹਨਾਂ ਨੇ ਫਿਰ ਵਾਇਰਲ ਕਰ ਦਿੱਤੀ ਹੈ। ਇਹ ਬੜੀ ਗੇਮ ਪਾਈ ਗਈ ਹੈ। ਅੱਛਾ ਮੁਫਤੀ ਸਾਹਿਬ ਇਹ ਦੱਸੋ ਜਿਹੜੇ ਉਹ ਵੱਡੇ ਮਿਰਜ਼ਟੇ ਦੇ ਜਿਹੜੇ ਉਹ ਕਾਦੀਆਨੀ ਸੂਰ ਜਿਹੜੇ ਨੇ ਉਹ ਕੀ ਕਰਨਗੇ ਇਹਦੇ ਬਾਰੇ ਚ? ਉਹ ਅੱਜ ਸਵੇਰ ਦੀਆਂ ਬਰਾਡਾਂ ਲੱਗੀਆਂ ਸੀ ਹਜੇ ਵੀ ਲੱਗੀਆਂ ਜੇ ਜਾ ਕੇ ਅੱਛਾ ਓਏ ਚੀਕਾਂ ਮਾਰਦੇ ਨੇ ਪਏ ਓਏ ਪੁੱਠੇ ਹੋ ਕੇ ਚੀਕਾਂ ਮਾਰਦੇ। ਯਾਨੀ ਕਿ ਤੁਸੀਂ ਜਿਹੜੀ ਪੇਸ਼ੈਂਟ ਉਹਨਾਂ ਦਾ ਨੁਮਾਇੰਦਾ ਸੀ ਨਾ। ਜੀ ਤੁਸੀਂ ਅੱਜ ਤੋਂ ਮੇਰੀ ਗੱਲ ਪੂਰੀ ਤੁਸੀਂ ਅੱਜ ਤੋਂ 5 ਸਾਲ ਪਹਿਲੇ ਜਿਹੜੀ ਪੇਸ਼ੈਂਟ ਗੋਈ ਕੀਤੀ ਸੀ ਕਿ ਇਹਨੂੰ ਲਾਂਚ ਮੈਂ ਤੁਹਾਨੂੰ 2019 ਦੀ ਗੱਲ ਤੁਹਾਡੀ ਕਰ ਰਿਹਾ 2019 ਚ ਤੁਸੀਂ ਦੱਸਿਆ ਸੀ ਕਿ ਇਹਨੂੰ ਲਾਂਚ ਵੱਡੇ ਮਿਰਜ਼ੇ ਨੇ ਕੀਤਾ। ਹਾਂ ਜੀ ਜੀ ਕੰਟੀਨਿਊ ਕਰੋ ਸਰ। ਜੀ ਹਾਂ ਜੀ ਬਿਲਕੁਲ ਜੀ ਤੇ ਉਹੀ ਕਲਪੰਡੇ ਨੇ ਬਿਲਕੁਲ ਜੀ ਜਨਾਬ। ਵਾਹ 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 ਸੁਭਾਨ ਅੱਲਾ। ਮੇਰੇ ਤੇ ਵੇਖੋ ਨਾ ਗੱਲ ਐ ਵੇ ਮੇਰੇ ਤੇ ਜ਼ਾਤੀ ਜਿਹੜੇ YouTube ਦੇ ਚੈਨਲ ਨੇ ਕਈ ਮੈਂ ਬਲਾਕ ਹੋਏ ਨੇ ਮੇਰੇ ਵੱਡੇ ਚੈਨਲ ਮਾਸ਼ਾਅੱਲਾ। ਇਹ ਤੇ ਉਦੋਂ ਜੰਮਿਆ ਵੀ ਨਹੀਂ ਸੀ ਕਿ ਜਦੋਂ ਦਾ ਮੈਂ YouTube ਤੇ ਆ। YouTube ਅਜੇ ਨਵੀਂ ਆਈ ਸੀ। YouTube ਨੂੰ ਆਇਆ ਅਜੇ ਪਾਕਿਸਤਾਨ ਦੇ ਵਿੱਚ ਤਕਰੀਬਨ ਕੋਈ ਹਫਤਾ ਡੇਢ ਹੋਇਆ ਸੀ ਤੇ ਆਜਜ਼ ਨੇ ਤੇ ਉਦੋਂ ਹੀ ਚੈਨਲ ਬਣਾ ਲਿਆ ਸੀ। ਸੁਭਾਨ ਅੱਲਾ। ਖਤਮੇ ਨਬੂਵਤ ਦਾ ਪਹਿਲਾ ਚੈਨਲ ਖਤਮੇ ਨਬੂਵਤ ਦਾ ਮੈਂ ਬਣਾਇਆ। ਇਹ ਕੋਈ ਮੈਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣ ਰਿਹਾ ਨਾ ਹੀ ਕੋਈ ਛੱਡ ਰਿਹਾ ਵਾਂ। ਸੋਸ਼ਲ ਮੀਡੀਆ ਤੇ ਆ ਕੇ ਨਾ ਕੋਈ ਇੰਜ ਦੀ ਛੱਡਣਾ ਨਾ ਉਹ ਕੋਈ ਖਾਲਾ ਜੀ ਦਾ ਬਾੜਾ ਨਹੀਂ। ਸਰਕਾਰ ਅਗਲੇ ਵੈਰੀਫਾਈ ਤਸਦੀਕ ਕਰ ਲੈਂਦੇ ਨੇ। ਉਹੀ ਤੇ ਕਹਿ ਰਿਹਾ ਵਾਂ ਕੋਈ ਖਾਲਾ ਜੀ ਦਾ ਬਾੜਾ ਨਹੀਂ। ਤੇ ਪੁਰਾਣੇ ਦੋਸਤ ਮੈਨੂੰ ਜਾਣਦੇ ਨੇ ਸਾਰੇ ਜਾਣਦੇ ਨੇ। ਮੇਰੇ ਚੈਨਲ ਬਲਾਕ ਹੋਏ ਮੇਰੇ ਪੁਰਾਣੇ ਡਾਟਾ ਮੇਰੇ ਕੋਲ ਗਿਆ। ਇਹ ਹੁਣ ਵੇਖੋ ਇਹ ਜਿਹੜਾ ਚੈਨਲ ਹੈ ਖਤਮੇ ਨਬੂਵਤ ਟਾਈਮਜ਼ ਤੇ ਇਹਦੀ ਮੈਂ ਡੇਟ ਵੇਖਣਾ ਕਿਧਰੇ ਲਿਖੀ ਹੋਏ ਤੇ ਇਹ ਫਿਰ ਬਣਿਆ ਸਾਜੇ ਇੱਥੇ ਡੇਟ ਹਾਂ ਜੀ ਡੇਟ ਇੱਥੇ ਇਹਨਾਂ ਨੇ ਡੇਟ ਜਿਹੜੀ ਦਿੱਤੀ ਹੈ 2012 ਦਿੱਤੀ ਹੈ। ਅੱਛਾ ਮੇਰੇ ਮੌਜੂਦਾ YouTube ਚੈਨਲ ਦੀ ਡੇਟ ਇਹਨਾਂ ਨੇ ਦਿੱਤੀ ਹੈ ਕਿ ਜੂਨ ਹੈ ਪਤਾ ਨਹੀਂ ਗਾਲਮਨ ਹਾਂ ਜੂਨ 8 ਜੂਨ 2012 ਚ ਇਹ ਚੈਨਲ ਬਣੇ। ਸਮਝ ਆਈ ਕਿ ਨਹੀਂ? ਮੁਫਤੀ ਸਾਹਿਬ ਤੁਹਾਡੇ ਜਿਹੜੇ ਆਫੀਸ਼ੀਅਲ ਮਨਾਜ਼ਰੇ ਹੁੰਦੇ ਸਨ ਇਹਨਾਂ ਨਾਲ ਕਾਦੀਆਨੀਆਂ ਦੇ ਮੁਰੱਬੀਆਂ ਦੇ ਨਾਲ ਉਹ ਵੀ ਹਾਂਜੀ ਉਹ ਪੁਰਾਣਾ ਡਾਟਾ ਸਕਾਈਪ ਦੇ ਜਿਹੜੇ ਮੁਨਾਜ਼ਰੇ ਹੁੰਦੇ ਸਨ ਉਹ ਮੇਰੇ ਪੁਰਾਣੇ ਚੈਨਲ ਤੇ ਸਨ। ਜੀ ਬਾਬਾ ਜੀ ਉਹ ਬੜਾ ਡਾਟਾ ਮੇਰਾ ਖੋਇਆ ਵੇ ਉਹ ਮੈਂ ਸੇਫ ਵੀ ਨਹੀਂ ਸੀ ਮੇਰੇ ਕੋਲ ਹੈ ਤੇ ਬਹਰਲ ਇਸ ਤੋਂ ਪਹਿਲੇ 2 ਚੈਨਲ ਮੈਂ ਖੋਏ ਨੇ 2 ਚੈਨਲ ਬੜੇ ਵੱਡੇ ਚੈਨਲ ਉਹਨੇ ਮਰਜ਼ੀਆਂ ਨਹੀਂ ਲਵਾਏ ਨੇ ਕੰਮ ਉਹਲੇ। ਹਾਂਜੀ ਉਹ ਤੇ ਫਿਰ ਦੁਸ਼ਮਣ ਤੇ ਨਾਲ ਲੱਗਾ ਹੈ ਨਾ ਤੇ ਉਹ ਤੇ ਜਦੋਂ ਮੇਰੇ ਚੈਨਲ ਬਲਾਕ ਕਰਵਾਉਂਦੇ ਰਹੇ ਨੇ ਮੈਂ ਨਵਾਂ ਬਣਾ ਲੈਂਦਾ ਸਾਂ। ਆਹੋ ਫਿਰ ਤੁਹਾਨੂੰ ਬਲਾਕ ਕਰਕੇ ਤੁਹਾਨੂੰ ਸਨ ਮੈਂ ਦੂਜਾ ਬਣਾ ਲੈਂਦਾ ਐਸੇ ਖਬੀਸ ਨੇ। ਕੋਈ ਗੱਲ ਨਹੀਂ ਟੁਰਿਆ ਹੈ ਨਾ ਕੰਮ ਬਾਬਾ ਜੀ ਟੁਰਿਆ ਤੇ ਅਸੀਂ ਵੀ ਟੁਰ ਰਹੇ ਹਾਂ। ਹਾਂਜੀ ਟੁਰ ਰਹੇ ਨਾਲ ਹੀ ਟੁਰ ਰਹੇ। ਤੁਹਾਡੇ ਤੇ ਕਾਤਲਾਨਾ ਹਮਲਾ ਵੀ ਹੋਇਆ ਸੀ ਨਾ? ਹਾਂਜੀ ਬੜੇ ਹੋਏ ਨੇ ਜਨਾਬ 3 ਹੋ ਚੁੱਕੇ ਨੇ ਅੱਲਾ ਨੇ ਬਚਾ ਲਏ। ਅੱਲਾਹ ਪਾਕ ਤੁਹਾਨੂੰ ਆਪਣੇ ਜ਼ਮਾਨੇ ਚ ਰੱਖੇ ਸਲਾਮਤ ਰੱਖੇ ਜਨਾਬ। ਸਾਨੂੰ ਤੁਹਾਡੇ ਜੈਸੇ ਮੁਜਾਹਿਦਾਂ ਦੀ ਬਹੁਤ ਜ਼ਬਰਦਸਤ ਜ਼ਰੂਰਤ ਹੈ ਜਿਹੜੇ ਅਵੇਅਰਨੈਸ ਪੈਦਾ ਕਰ ਰਹੇ ਨੇ ਇਸ ਤਾਗੂਤੀ ਇਸ ਕੁਫਰ ਤੋਂ ਇਸ ਫਿਤਨੇ ਤੋਂ ਜਿਹੜਾ ਹੈ ਨਾ। ਹੁਣ ਇਹ ਵੇਖੋ ਮੈਂ ਤੁਹਾਨੂੰ ਜ਼ਰਾ ਇੱਕ ਚੀਜ਼ ਵਿਖਾਵਾਂ ਕਿ ਮੇਰੇ
ਇਸ ਖਤਮੇ ਨਬੂਤ ਟਾਈਮਸ ਚੈਨਲ ਦੀ ਇਹ ਪਲੇ ਲਿਸਟਾਂ ਨੇ ਮੇਰੀਆਂ, ਤੇ ਇਸ ਪਲੇ ਲਿਸਟਾਂ ਦੇ ਵਿੱਚੋਂ ਇਹ ਪਲੇ ਲਿਸਟ ਵੇਖੋ ਜ਼ਰਾ, ਇਹ ਜੇ ਮਿਰਜ਼ਾ ਜੂਨੀਅਰ ਜੇਲਮੀ ਦੀ ਪਲੇ ਲਿਸਟ, ਤੇ ਇਹਦੇ ਵਿੱਚ ਇਸ ਟਾਈਮ 573 ਵੀਡੀਓਜ਼ ਇੱਕ ਪਲੇ ਲਿਸਟ 'ਚ ਪਈਆਂ ਜੀ। ਇਹ ਕਿਹੜਾ ਚੈਨਲ ਹੈ ਤੁਹਾਡਾ ਦੱਸੋ? ਇਹ ਹੋਈ ਅੱਜ ਕੱਲ ਤੇ ਇਹੋ ਹੀ ਚੱਲ ਰਿਹਾ ਨਾ, ਖਤਮੇ ਨਬੂਤ ਟਾਈਮਸ। ਠੀਕ ਠੀਕ ਠੀਕ। ਤੇ ਉਹਦੇ ਵਿੱਚ 573 ਵੀਡੀਓਜ਼। ਅੱਛਾ, ਇਹ ਵੀਡੀਓਜ਼ ਕੀ ਨੇ? ਇਹ ਬਾਬਾ ਜੀ ਇਹ ਸਿਰਫ ਵੀਡੀਓਜ਼ ਹੀ ਨਹੀਂ, ਇਹ ਮੁਨਾਜ਼ਰੇ ਜੇ ਮਿਰਜ਼ਾ ਜੂਨੀਅਰ ਜੇਲਮੀ ਦੇ ਮਰਜ਼ਈਆਂ ਦੇ ਨਾਲ, ਉਹਦੇ ਫਾਲੋਅਰ ਨਾਲ ਜਿਹੜੇ ਹੋਏ ਨੇ। ਹਾਂਜੀ। ਅੱਛਾ ਮੁਫਤੀ ਸਾਹਿਬ, ਥੋੜੀ ਹਾਸੇ ਦੀ ਗੱਲ ਕਰ ਲਵਾਂ, ਇਹਨਾਂ ਨੂੰ ਮਰਜ਼ਈ ਦਾ ਖਿਤਾਬ ਵੀ ਮੈਂ ਹਲੇ ਤੁਸੀਂ ਦਿੱਤਾ ਪਹਿਲੀ ਵਾਰੀ। ਹਾਂਜੀ 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 ਬਿਲਕੁਲ ਹਾਂਜੀ, ਮਿਰਜ਼ੇ ਤੋਂ ਮਰਜ਼ਈ ਨਾ। ਬੜਾ ਕਲਪੇ ਸਾਂਝੇ ਰਸੂਲ ਪਾਕ ਦੀ ਕਸਮੇ, ਬੜਾ ਕਲਪੇ, ਰੋਂਦੇ ਸਾਨੂੰ। ਸਾਡੇ ਕੋਲ ਵੀ ਆਏ ਕਹਿੰਦੇ ਯਾਰ ਸਾਡੀ ਜਾਨ ਛੁਡਾਓ ਮੁਫਤੀ ਸਾਹਿਬ ਕੋਲੋਂ, ਇਹ ਸਾਨੂੰ ਮਰਜ਼ਈ ਕਹਿੰਦੇ ਨੇ, ਅਸੀਂ ਮੁਸਲਮਾਨ ਆ। ਉਹ ਮੈਂ ਕਿਹਾ ਯਾਰ ਉਹ ਤੁਹਾਨੂੰ ਮਿਰਜ਼ਈ ਤੁਸੀਂ ਮਿਰਜ਼ੇ ਜੇਲ੍ਹ ਦੇ। ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਇਹ ਜਿਹੜਾ ਤੁਹਾਨੂੰ ਪਲੇ ਲਿਸਟ ਵਹਾਈ ਹੈ ਨਾ, ਇਹ ਪਲੇ ਲਿਸਟ ਹੋਵੇ ਕਿ ਜਿਹੜੇ YouTube ਦੇ ਉੱਤੇ ਹੀ ਮੁਨਾਜ਼ਰੇ ਹੋਏ ਮੇਰੇ ਇਹਨਾਂ ਦੇ ਨਾਲ, ਛੋਟੇ ਮਿਰਜ਼ੇ ਦੇ ਨਾਲ। ਹਾਂ ਛੋਟੇ। ਹੁਣ ਤੁਹਾਨੂੰ ਮੈਂ ਇੱਕ ਪਲੇ ਲਿਸਟ ਵਹਾਣ ਲੱਗਾ ਵਾਂ, ਇਹ ਉਹ ਪਲੇ ਲਿਸਟ ਹੈ ਕਿ ਜਿਹੜੀ ਟਿਕਟਾਕ ਦੇ ਉੱਤੇ ਮੁਨਾਜ਼ਰੇ ਹੋਏ। ਉਹਦੇ ਚ ਵੀਡੀਓ ਵੇਖਿਆ ਜੀ, ਉਹ ਵੀ ਦੇਖੇ ਨੇ ਅਸੀਂ, ਤੁਹਾਡੇ ਲਾਈਵ ਦੇਖੇ ਨੇ ਅਸੀਂ ਬੈਠ ਕੇ। ਸੁਣੋ ਤੇ ਸਹੀ ਨਾ, ਮੈਂ ਇੱਕ ਚੀਜ਼ ਤਾਰੀਖ ਵਹਾਣਾ ਚਾਹ ਰਿਹਾ। ਇਹ 931 ਵੀਡੀਓਜ਼ ਜੇ, ਇਹ ਸਾਰੇ ਮੁਨਾਜ਼ਰੇ ਜੇ ਟਿਕਟੌਕ ਪਰ ਸਿੱਖ ਮੁਸਲਿਮ ਟਿਕਟਾਕ ਲਾਈਵ। ਠੀਕ ਹੋ ਗਿਆ, ਸਮਝ ਆਈ ਕਿ ਨਹੀਂ? ਤੇ ਇਹ ਗੱਲਾਂ ਨੇ, ਇਹਨਾਂ ਨੂੰ ਤੇ ਅਸੀਂ। ਤੇ ਇਸ ਤੋਂ ਇਲਾਵਾ ਕਿਹੜੇ ਚੈਨਲ, ਸੋਸ਼ਲ ਮੀਡੀਆ ਦੇ ਹੋਰ ਕਿਹੜੇ ਤੁਹਾਡੇ ਪਲੇਟਫਾਰਮ ਨੇ ਮੁਫਤੀ ਸਾਹਿਬ? ਮੇਰਾ ਤੇ ਇਹੋ ਹੀ ਖਤਮੇ ਨਬੂਤ ਟਾਈਮਸ ਹੀ ਹੈ। ਨਹੀਂ YouTube ਤੋਂ ਇਲਾਵਾ ਹੁਣ ਇੱਕ TikTok ਹੈ, ਇੱਕ YouTube ਉਹ ਤੇ ਫਿਰ ਹਰ ਜਗ੍ਹਾ ਹੀ ਅੱਲਾ ਦੇ ਹੁਕਮ ਨਾਲ, ਕਿਉਂਕਿ ਅਸੀਂ ਸੋਸ਼ਲ ਮੀਡੀਆ ਐਕਟਿਵਿਸਟ ਹਾਂ, ਤੇ Facebook ਵੀ ਹੈ, Twitter ਵੀ ਹੈ, Instagram ਵੀ ਹੈ, ਹਰ ਜਗ੍ਹਾ ਹੀ। ਫਿਰ ਮਾਸ਼ਾਅੱਲਾ ਅੱਲਾਹ ਪਾਕ। ਸਨੀ ਸਾਹਿਬ ਆ ਕੇ ਬੈਠੇ ਨੇ, ਉਹ ਥੱਲੇ ਮੈਸੇਜ ਕਰ ਰਹੇ ਸਨ। ਜੀ ਉਹਨਾਂ ਨੇ ਦਰਖਾਸਤ ਕੀਤੀ ਸੀ ਉਹ FIR ਦਿਖਾਉਣ ਦੀ ਨਾ। ਅੱਛਾ, ਉਹਨਾਂ ਨੇ ਉਹ ਦੇਖ ਰਹੀ ਸੀ, ਉਹਨਾਂ ਸਨੀ ਭਾਈ ਦਾ ਪਤਾ ਨਹੀਂ ਕਿ ਇਹਨਾਂ ਦੇ ਫੇਵਰ ਵਿੱਚ ਆਏ ਨੇ, ਇਹਨਾਂ ਨੂੰ ਕੋਈ ਸ਼ਾਇਦ ਗਮ ਹੋਣ ਲੱਗਾ ਹੋਵੇ ਜਾਂ नहीं भाईजान, मैं तो लानत भेजता हूँ इस पे, मैं ਸੱਚੀ ਗੱਲ ਜੇ, ਗੱਲ ਬਿਲਕੁਲ ਸੱਚੀ ਜੇ। ਹੁਣ ਅੱਜ ਦੀ ਡੇਟ ਤੋਂ ਬਾਅਦ ਜਿਹੜਾ ਬੋਲੇਗਾ ਨਾ, ਜੀ ਔਰ ਅੱਜ ਜੇ ਤੇ ਵੇ ਉਹ ਪਾਕਿਸਤਾਨ, ਤੇ ਕਦੀ ਕੋਈ ਬੋਲੇਗਾ ਨਹੀਂ। ਇਹ ਮੇਰੀ ਗੱਲ ਹੁਣੇ ਹੀ ਲਿਖ ਲਓ, ਹੁਣੇ ਹੀ ਨੋਟ ਕਰ ਲਓ। ਅੱਲਾਹੁ ਅਕਬਰ। ਹਾਂ, ਕਿਸੇ ਹੋਏ ਪਾਕਿਸਤਾਨ ਚ ਰਹਿੰਦਾ ਬੰਦਾ ਔਰ ਕਵੇ ਕਿ ਮੈਂ ਇਹਦਾ ਫਾਲੋਅਰ ਹਾਂ, ਓਏ ਹੋਏ ਕਦੇ ਵੀ ਨਾ। ਹਾਂ, ਬਾਹਰ ਕੋਈ ਬੰਦਾ ਬੈਠਾ ਵੇ ਤੇ ਉਹ ਕੋਈ ਹੋਰ ਏ ਤੇ ਕੋਈ ਹੋਰ ਏ ਤੇ ਕੁਝ ਹੋਰ ਏ, ਉਹਦਾ ਨਹੀਂ ਅਸੀਂ ਕੁਝ ਕਹਿ ਸਕਦੇ। ਅੱਛਾ ਮੁਫਤੀ ਸਾਹਿਬ, ਤੁਹਾਡੇ ਜਿਹੜੇ ਸ਼ਾਗਿਰਦ ਹੈਗੇ ਨੇ ਮੁੰਡੇ, ਆਕਾ ਦਾ ਗੁਲਾਮ ਤੇ ਉਹ ਦੂਸਰੇ ਮੁੰਡੇ ਸਾਰੇ ਫਿਜ਼ਾਨ ਬਾਲਟੋ ਨਹੀਂ ਸਾਰੇ, ਉਹ ਰਿਜ਼ਵੀ ਵਾਰੀਅਰ, ਉਹਨਾਂ ਦਾ ਕੀ ਬਣੇਗਾ? ਇਹ ਜਿਹੜੇ ਸ਼ਿਕਾਰ ਲੱਭਦੇ ਫਿਰਦੇ ਸਨ ਮਰਜ਼ਈ, ਉਹ ਕਿੱਥੇ ਜਾਣਗੇ? ਉਹਨਾਂ ਨੂੰ ਕੋਈ ਨਹੀਂ, ਇਹ ਤੇ ਬੜੀ ਦੇਰ ਦੀ ਗੇਮ ਓਵਰ ਹੋ ਗਈ, ਬੜੀ ਦੇਰ। ਇਹਦੀ ਫਾਲੋਅਰਸ਼ਿਪ ਘੱਟ ਪਤਾ ਕਿੰਜ ਹੋਈ ਜੇ? ਜੀ ਇਸ ਬੰਦੇ ਨੂੰ ਉਠਾਉਣ ਵਾਲਿਆਂ ਦੇ ਵਿੱਚੋਂ ਉਹ ਸਮਝ ਲਓ ਕਿ ਇਹ ਸਾਡਾ ਹੀ ਗੁਨਾਹ ਸੀ ਕਿ ਅਸੀਂ ਇਹਦਾ ਰੱਦ ਕਰਕੇ ਇਹਦੇ ਲੋਕਾਂ ਨੇ ਇਹਨੂੰ ਫਿਰ ਸੁਣਨਾ ਕਰਨਾ, ਜਦੋਂ ਅਸੀਂ ਰੱਦ ਕਰਨਾ। ਹਾਂਜੀ, ਫਿਰ ਨਾ ਅੱਜ ਤੋਂ 3-4 ਮਹੀਨੇ ਪਹਿਲੇ ਮੈਂ ਐਸੇ ਟਿਕਟਾਕ ਤੇ, ਇਹ ਗਵਾਹ ਨੇ ਸਾਡੇ ਨਦੀਮ ਸਾਹਿਬ ਨੂੰ ਵੀ ਸ਼ਾਇਦ ਪਤਾ ਹੈ ਜਾਂ ਦੋਸਤਾਂ ਨੂੰ, ਮੈਂ ਕਿਹਾ ਬਈ ਆਇੰਦਾ ਤੂੰ ਸਾਡੇ ਮੁੰਡੇ ਇਹਦਾ ਰੱਦ ਨਹੀਂ ਕਰਨਗੇ, ਇਹਦੇ ਖਿਲਾਫ ਬਰਾੜ ਕੋਈ ਨਹੀਂ ਲੱਗੇ। ਅੱਛਾ ਜੀ, ਬਿਲਕੁਲ। ਅਸੀਂ ਸਾਰੀ ਟੀਮ ਨੂੰ ਰੋਕ ਦਿੱਤਾ, ਸਾਰੀ ਟੀਮ ਨੂੰ। ਉਹੋ ਹੀ ਕੰਮ ਹੋਇਆ, ਇਹਦੀ ਫਾਲੋਅਰਸ਼ਿਪ, ਇਹਦੀ ਵਿਊਵਰ ਇੰਜ ਥੱਲੇ ਆਏ ਨੇ, ਗ੍ਰਾਫ ਇੱਕਦਮ ਥੱਲੇ ਆਏ। ਜ਼ਬਰਦਸਤ। ਯਾਨੀ ਇਹ ਵੀ ਹਕਮਤ ਅਮਲੀ ਦੀ ਤੁਹਾਡੀ। ਹਾਂ, ਇੱਥੇ ਤੂੰ ਗੱਲ, ਇੱਥੋਂ ਦੀ ਗੱਲ। ਇਹ ਤੇ ਅਸੀਂ 3-4 ਮਹੀਨੇ ਤੋਂ ਬਾਅਦ ਅੱਜ ਬੋਲੇ ਹਾਂ। ਹਾਂਜੀ, ਅੱਛਾ। ਜਦੋਂ ਇਹਦੇ ਤੇ FIR ਕੱਟੀਏ ਤੇ ਬੋਲੇ ਹਾਂ। ਯਾਨੀ ਕਿ ਤੁਸੀਂ ਆਪਣਾ ਜਸ਼ਨ ਦਾ ਐਲਾਨ ਕੀਤਾ? ਹਾਂ, ਜਸ਼ਨ ਦਾ ਐਲਾਨ ਕੀਤਾ, ਨਹੀਂ ਤੇ ਇਹਦਾ ਗ੍ਰਾਫ ਥੱਲੇ ਲਿਆਉਣ ਚ ਵੀ ਸਾਡਾ ਹੀ ਕਿਰਦਾਰ। ਜ਼ਬਰਦਸਤ ਮੁਫਤੀ ਸਾਹਿਬ, ਕੀ ਕਹਿਣੇ ਮੁਫਤੀ ਸਾਹਿਬ। ਇਹ ਜਿਹੜਾ ਹਜੇ ਹੁਣ ਕਹਿ ਰਿਹਾ ਸੀ ਜਵੇਦ ਚੌਧਰੀ ਕਿ ਭਾਈ ਇਹਦੀ ਫਾਲੋਅਰਸ਼ਿਪ, ਬਲਕਿ ਉਹ ਪਿਛਲੀ ਇਹਨੇ ਵੀਡੀਓ ਚ ਕਿਹਾ ਸੀ ਇਹਦੀ ਅਸਲ ਚ ਇਹਦੀ ਵਿਊਵਰਸ਼ਿਪ ਘਟ ਗਈ ਸੀ,
ਤੇ ਇਸ ਘਟਨ ਦੀ ਵਜ੍ਹਾ ਤੋਂ ਉਹਨੇ ਕਿਹਾ ਕਿ ਕੋਈ ਐਸਾ ਕੰਮ ਕੀਤਾ ਜਾਏ ਕਿ ਜਿਹਦੇ ਨਾਲ ਮੇਰੇ ਵਿਊਅਰ ਵਧਣ, ਤੇ ਉਹਨੇ ਇਹ ਫਿਰ ਗੁਸਤਾਖੀ ਇਹਨੇ ਆਪਣੀ ਪਿਛਲੀ ਵੀਡੀਓ 'ਚ ਇਸ ਚੀਜ਼ ਦਾ ਇੰਕਸ਼ਾਫ ਕੀਤਾ। ਮੁਫਤੀ ਸਾਹਿਬ ਉਹ ਥੱਲੇ ਅਸਲ ਰਿਕੁਐਸਟ ਪਈ ਸੀ ਵਿਊਅਰਸ਼ਿਪ ਜਿਹੜੀ ਸੀ ਨਾ ਉਹ ਘੱਟ ਜਿਹੜੀ ਹੋਈ ਸੀ ਨਾ, ਉਹਦੀ ਮਰਕਜ਼ੀ ਵਜ੍ਹਾ ਤੁਹਾਨੂੰ ਮੈਂ ਦੱਸੀ ਜੇ ਮੈਂ ਸਮਝ ਆ ਗਈ। ਮੁਫਤੀ ਸਾਹਿਬ ਤੁਹਾਡੀ ਉਮਰ ਦੇ ਬਾਰੇ ਕਿਸੇ ਨੇ ਪੁੱਛਿਆ ਸਵਾਲ, ਤੁਹਾਡੀ ਇਸ ਟਾਈਮ ਖੈਰ ਨਾਲ ਕਿੰਨੀ ਉਮਰ ਹੋਈ ਤੁਹਾਡੀ? ਉਹ ਸਾਡੀ ਉਮਰ ਬਸ ਇੰਜੀ ਹੈ, ਸਾਡੀ ਉਮਰ ਨਹੀਂ ਜਵਾਨ ਹੀ ਆ ਗਏ ਹੋ ਮਾਸ਼ਾਅੱਲਾ ਮੁਫਤੀ ਸਾਹਿਬ। ਬਸ ਕੋਈ ਨਹੀਂ ਬਸ ਅੱਲਾਹ ਪਾਕ ਨੇ ਚਲਾਇਆ ਹੋਇਆ ਸਾਹਿਬ ਦਾ। ਸਹੀ ਹੈ। ਨਹੀਂ ਆਪਣੇ ਆਪ ਦਾ ਕੋਈ ਨਹੀਂ ਸਾਨੂੰ ਕਿ ਸਾਨੂੰ ਕੋਈ ਬੜੇ ਕੋਈ ਝੰਡੇ ਲੱਗਣ, ਸਾਨੂੰ ਝੰਡੇ ਉਹ ਅੱਲਾਹ ਰਸੂਲ ਨੇ ਜਿਹੜੇ ਲਾਏ ਹਾਂ। ਜੇ ਤੇ ਅੱਲਾਹ ਰਸੂਲ ਦੀ ਨਜ਼ਰ ਦੇ ਵਿੱਚ ਕੋਈ ਕੰਮ ਮਕਬੂਲ ਹੈ ਤੇ ਠੀਕ, ਉਹ ਮਕਬੂਲ ਬਸ। ਸਾਨੂੰ ਦੁਨੀਆਦਾਰ ਕੋਈ ਤਸਲੀਮ ਕਰੇ ਨਾ ਕਰੇ ਉਹਦੇ ਨਾਲ ਸਾਨੂੰ ਕੋਈ ਗਰਜ ਹੀ ਕੋਈ ਝੰਡੇ ਲੱਗਣ, ਕੋਈ ਵਾਹ ਕਰੇ, ਕੋਈ ਉਹ ਕੋਈ ਨਾ ਉਹ ਤਾਂ ਸਾਨੂੰ ਕੋਈ नहीं लोड़, ਉਹਦੀ ਲੋੜ। मैं इधर यूके में काम करता हूँ। आपका काम के दौरान खत्म नबूवत टाइम्स को सुनता हूँ, तो मुनाज़रे सारी मर्ज़ियों से आते हैं। अच्छा तो उसमें जो आप मर्ज़ियों को इस्लाम में सेक्स और 4 छोरों पे जो रगड़ते हैं, वो उस पर लानत नहीं भेजते, भाग जाते हैं। नहीं, ये असल में उनकी गैरत को जगाने के लिए ये मौजूद छेड़ते। बड़े मर्जियों की बात कर रहे हैं कि छोटे की? नहीं, छोटे मर्ज़ी। सिर्फ उनकी गैरत को जगाने के लिए ये मौजू हम छेड़ते हैं कि देखो ये तुम्हारा ही बाबा है ना जिसके पीछे तुम चल रहे हो, उसने ये कहा है। सिर्फ उनकी गैरतों को जगाने के लिए हम इस मौजू को छेड़ते हैं। हमें कोई शौक नहीं है इनको जलील और ख्वार करने का, सिर्फ इनकी गैरतों को कि उल्लू के पट्ठों जिसके पीछे चल रहे हो उसका ये अकीदा है, ये नजरिया है, ये तुम्हें वो तलीम दे रहा है, कोई अकल के नूं दो। मुफ्ती साहब ਇਹ ਦੱਸੋ, ਇਹ ਮਿਰਜ਼ਾ ਜੇਲਮੀ ਜਿਹੜਾ ਵੇ, ਜਿਸ ਤਰ੍ਹਾਂ ਮੈਂ ਆਪਣੇ ਦੱਸਾਂ ਅਸੀਂ ਆਲੇ ਸੁਨਨਤ ਜਮਾਤ ਆ, ਬਰੇਲਵੀ ਆ, ਇਹ ਜਿਹੜਾ ਮਿਰਜ਼ਾ ਜੇਲਮੀ ਹੈ ਇਹ ਕਿਹੜੇ ਮਸਲਕ ਨਾਲ ਤਾਲੁਕ ਰੱਖਦਾ, ਕੀ ਕਹਿੰਦਾ ਆਪਣੇ ਆਪ ਨੂੰ? ਇਹ ਰਫਾਇਦਾਨ ਵੀ ਕਰਦਾ ਵੇ? ਕੁਝ ਵੀ ਨਹੀਂ ਜੀ, ਕਿਸੇ ਮਸਲਕ ਮੁਸਲਕ ਨਾਲ ਨਹੀਂ। ਕਾਦੀਆਨੀ ਇਹ ਛੁਪਿਆ ਹੋਇਆ ਕਾਦੀਆਨੀ ਸੀ, ਕਾਦੀਆਨੀ ਤਲੀਮਾਤ ਨੂੰ ਪ੍ਰਮੋਟ ਕਰ ਰਿਹਾ ਸੀ ਬਸ। ਇਹ ਕੋਈ ਮਸਲਕ ਨਹੀਂ। ਮਸਲਕ ਜਿਹੜਾ ਕਾਦੀਆਨੀਆਂ ਦਾ ਕੀ ਮਸਲਕ ਹੈ, ਜਿਹੜਾ ਕਾਦੀਆਨੀਆਂ ਦਾ ਮਸਲਕ ਹੈ ਉਹ ਹੀ ਇਹਦਾ ਮਸਲਕ ਹੈ। मोती साहब इसका नाना भी गालबन कादियानी ਰੋਲਾ ਵਿੱਚ ਐ ਸੀ ਕਿ ਪਤਾ ਕੀ ਹੈ, ਸਾਡੇ ਮੁਸਲਮਾਨਾਂ ਨੂੰ ਕਾਦੀਆਨੀ ਕੀਦੇ ਦਾ ਪਤਾ ਹੀ ਕੋਈ ਨਹੀਂ। ਤੁਹਾਡੇ ਚ ਬੈਠਿਆਂ ਨੂੰ ਮੈਂ ਤੁਹਾਡੇ ਕੋਲ ਪੁੱਛ ਲੈਣਾ ਵਾ, ਤੁਹਾਨੂੰ ਪਤਾ ਹੀ ਨਹੀਂ, ਕਿਸੇ ਨੂੰ ਨਹੀਂ ਪਤਾ। ਰੋਲਾ ਵਿੱਚ ਐ ਸੀ ਕਿ ਕਾਦੀਆਨੀ ਅਕੀਦੇ ਦਾ ਨਹੀਂ ਸੀ ਪਤਾ, ਉਹ ਅਕੀਦਾ ਇਹਨੇ ਆਪਣੀ ਅਕੈਡਮੀ ਚ ਬਹਿ ਕੇ ਦੱਸਿਆ। ਲੋਕਾਂ ਨੇ ਸਮਝਿਆ ਕਿ ਸ਼ਾਇਦ ਇਹੋ ਹੀ ਹਕੀਕਤ ਹੈ, ਜਦਕਿ ਉਹੀ ਚੀਜ਼ ਮਿਰਜ਼ਾ ਕਾਦੀਆਨੀ ਪਹਿਲੇ ਬਿਆਨ ਕਰ ਚੁੱਕਿਆ ਸੀ। ਅੱਲਾਹੁ ਅਕਬਰ। ਹੁਣ ਰੋਲਾ ਵਿੱਚ ਇਹ ਹੋਇਆ ਸਾਡੀ ਕੌਮ ਦੇ ਨਾਲ। ਸਾਡੀ ਕੌਮ ਨੂੰ ਮੌਲਵੀਆਂ ਨੇ ਰੱਖਿਆ ਸੀ ਸਿਰਫ ਨਾਰਿਆਂ ਦੇ ਉੱਤੇ ਕਿ ਬਸ ਪਾਓ ਲਾਨਤ ਮਿਰਜ਼ੇ ਤੇ ਬੇਸ਼ੁਮਾਰ, ਬਸ ਉਹ ਲਾਨਤਾਂ ਲੂਨਤਾਂ ਦੇ ਚੱਕਰਾਂ 'ਚ ਹੀ ਰੱਖਿਆ ਸੀ। ਅਕੀਦਾ ਤੇ ਪਤਾ ਨਹੀਂ ਸੀ, ਅਕੀਦਾ ਦੱਸਿਆ ਹੀ ਨਹੀਂ ਸੀ ਗਿਆ, ਤੇ ਕੌਮ ਜਿਹੜੀ ਉਹ ਫਿਰ ਬੜੀ ਜਲਦੀ ਇਹਦੇ ਢਾਏ ਚੜ ਗਈ। ਉਹ ਇਹ ਹੋਈ ਇਹ ਗੇਮ। ਹਾਂਜੀ, ਗੇਮ ਨੂੰ ਸਮਝੋ, गेम की हुई। सब जितने भी हाजरीन बैठे हुए हैं इस चीज को जरा ज़हन नशीन कर ले, मुफ्ती साहब ने जो फरमाया है कि इन्हां दी गेम नूं समझो, समझे भी ये दरअसल जो छोटा जरा मरज़ई है ये वड्डे मिर्जे दे ही अकायद बयान कर रहा है। टोटली हजरत जी, टोटली जी। मुफ्ती साहब बिल्कुल सही फरमा रहे हैं जी, बिल्कुल सही फरमा रहे हैं। आपकी वो वीडियो भी पढ़ी है जिसमें आपने वो मिली खुदा वाला कीदा इसका साबित किया कादियानी किताब। मेरी एक नई किताब अभी मुरतब कर दी है मैंने, और अभी छपी नहीं है, दुआ करें वो छप जाए। तो उसमें मैंने वो किताब ही उसका नाम रखा है कादियानी अकायद। अब उस कादियानी अकायद के तहत मिर्जा जूनियर जेलमी और मिर्जा सीनियर गुलाम का दोनों के अकीदों को मैं लेके आया कि सेम यही अकीदा मिर्जा जूनियर बयान कर रहा है, सेम यही अकीदा मिर्जे कादियानी का। यार कौन सच्चा कौन झूठा? अच्छा, आपने दोनों तकरीबन 100 अकीदा मैंने वहां जिक्र किए, बताइए दलाइल के साथ। नहीं, क्या नाम है किताब का? अभी छपी नहीं है, छपी नहीं, दुआ करें छप जाए कोई। आमीन आमीन, अल्लाह करे छप जाए और उसकी इजाजत मिल जाए आपको और आप कामयाब हो जाएं इसमें। नहीं, इजाजत है बस, इंशाअल्लाह। ਅਸੀਂ ਕਿਹੜਾ ਕੋਈ ਕਿਸੇ ਦੇ ਸਿਰ 'ਚ ਰੋੜੇ ਮਾਰਨੇ ਆ, ਫਿਰ ਇਜਾਜ਼ਤ ਕਿਉਂ ਨਹੀਂ ਮਿਲਦੀ? ਤੇ ਉਹਦੇ 'ਚ ਕੀ ਆਪਣਾ ਇਹਦੇ ਛੋਟੇ ਦੇ ਵੀ ਕਾਜ ਦੱਸੇ ਹੋਏ ਨੇ ਜੀ ਦੋਵਾਂ ਦੇ ਇਕੱਠਿਆਂ ਅਸੀਂ ਨੱਥੀ ਕਰ ਦਿੱਤਾ ਦੋਵਾਂ ਨੂੰ ਜੀ। ਉਹ ਦਲੀਲ ਨਾਲ ਹੀ ਗੱਲ ਕੀਤੀ ਨਾ, ਕੋਈ ਗਾਲ ਤੇ ਨਹੀਂ ਕੱਢੀ। ਇਜਾਜ਼ਤ ਕਿਉਂ ਨਹੀਂ ਮਿਲਣੀ ਜੀ?
ਕੋਈ ਵਜ੍ਹਾ ਵੀ ਤੇ ਹੁੰਦੀ ਹੈ ਨਾ। ਇਜਾਜ਼ਤ ਜਦੋਂ ਨਹੀਂ ਨਾ ਹੁੰਦੀ ਉਹ ਉਹਦੇ ਚ ਹੁੰਦੀ ਹੈ ਕਿ ਬਾਬਾ ਜੀ ਤੁਸੀਂ ਝੂਠ ਬੋਲਦੇ ਹੋ ਪਏ, ਗਲਤ ਬਿਆਨੀ ਕਰ ਰਹੇ ਹੋ, ਤੁਸੀਂ ਕੋਈ ਮਸਲਕ ਫਿਰਕਾਵਾਰੀਅਤ ਫੈਲਾ ਰਹੇ ਹੋ, ਕੋਈ ਕਿਸੇ ਨੂੰ ਇੰਜ ਕਰਕੇ ਇੰਤਸ਼ਾਰ ਫੈਲਾ ਰਹੇ ਹੋ। ਮੈਂ ਸਮਝ ਗਿਆ ਸਮਝ ਰਹੇ ਹੋ? ਇਹਦੇ ਤੇ ਕੁਝ ਵੀ ਨਹੀਂ, ਇਹਦੇ ਕੋਈ ਫਿਰਕਾਵਾਰੀਅਤ ਨਹੀਂ। ਅਸੀਂ ਤੇ ਲਾਹਨਤ ਭੇਜਨੇ ਆ ਇਸ ਕੰਮ ਦੇ ਉੱਤੇ। ਮੁਫਤੀ ਸਾਹਿਬ ਇਹਨਾਂ ਚ ਨਾ ਤੁਹਾਨੂੰ ਯਾਦ ਹੋਏਗਾ ਇੱਕ ਬੰਦਾ ਹੈਗਾ ਸੀ, ਇਹਦੇ 2 ਬ੍ਰਾਂਚਾਂ ਬਣੀਆਂ ਸਨ UK ਬੇਸਡ ਨਾ, ਇੱਕ ਸੋਸ਼ਲ ਕਿਓਸ ਨਾਂ ਦਾ ਹਸਨ ਕਾਜ਼ਮੀ ਹੈਗਾ ਸੀ, ਅੱਜ ਕੱਲ AJ ਦੀ ਬਣਾ ਕੇ ਬੈਠਾ ਹੋਵੇ। ਖਲੀਫਾ ਬਗ ਦੀ ਵੀ ਆਈਡੀ ਉਹਨੇ ਬਣਾਈ ਸੀ ਤੇ AJ ਨਾਂ ਦੇ ਉਹਨਾਂ ਨੇ ਗਰੁੱਪ ਬਣਾਇਆ ਹੋਵੇ। ਉਹ ਕਹਿੰਦੇ ਨੇ ਜੀ ਜੀ ਬਸ ਜੀ ਗੱਲ ਹੈ ਵੇ ਕਿ ਪਤਾ ਕੀ ਇਹ ਬਦਲਦੇ ਨਜ਼ਰੀਆਤ ਨੇ, ਬਦਲਤੇ ਮੌਕਫ ਨੇ। ਅੱਛਾ ਜਦੋਂ ਅਸੀਂ ਸਰੇ ਦਸਤ ਜਦੋਂ ਨਜ਼ਰ ਸਾਡੀ ਪੈ ਜਾਂਦੀ ਹੈ ਤੇ ਉਦੋਂ ਅਸੀਂ ਰੱਦ ਕਰ ਦਈਦਾ। ਬਾਅਦ ਚ ਕਈ ਐਸੇ ਦੋਸਤ ਮੈਂ ਵੇਖੇ ਨੇ ਉਹ ਅੱਜ ਕੱਲ ਛੱਡ ਚੁੱਕੇ ਨੇ ਮਿਰਜ਼ਾ ਜੂਨੀਅਰ ਜੇਲ੍ਹ। ਹਾਂਜੀ, ਮੇਰਾ ਪੁਆਇੰਟ ਇਹੀ ਦੱਸਣ ਆ ਰਿਹਾ ਸੀ ਕਿ ਉਹ ਛੱਡ ਚੁੱਕੇ ਨੇ। ਉਹ ਜਦੋਂ ਛੱਡ ਚੁੱਕੇ ਨੇ ਕਿ ਭਾਈ ਫਿਰ ਦੁਬਾਰਾ ਅਸੀਂ ਰਿਪੀਟ ਕਿਉਂ ਕਰੀਏ? ਇੱਕ ਬੰਦਾ ਜਦੋਂ ਉਹਦਾ ਨਾਂ ਹੀ ਨਹੀਂ ਲੈ ਰਿਹਾ, ਉਹਦੀ ਗੱਲ ਹੀ ਨਹੀਂ ਕਰ ਰਿਹਾ, ਤੇ ਫਿਰ ਅਸੀਂ ਕਿਉਂ ਕਰੀਏ? ਬਹੁਤ ਜ਼ਬਰ। ਮੈਂ ਹੀ ਤੁਹਾਡੇ ਕੋਲ ਰਹਿਨੁਮਾਈ ਚਾਹ ਰਿਹਾ। ਦੇਖੋ ਇਹ ਆਮਿਰ ਹੱਕ ਵੇ, ਇਹ ਆਮਿਰ ਹੱਕ ਪਹਿਲੇ ਮਿਰਜ਼ਾ ਜੂਨੀਅਰ ਦਾ ਫਾਲੋਅਰ ਹੋ ਗਿਆ ਸੀ ਤੇ ਇਹਦੇ ਨਾਲ ਥੋੜਾ ਜਿਹਾ ਇਖਤਲਾਫ ਰਿਹਾ ਹੈ ਸਾਡਾ, ਲੇਕਿਨ ਅੱਜ ਕੱਲ ਉਹ ਕੋਈ ਵੀ ਨਹੀਂ ਤੇ ਅੱਜ ਕੱਲ ਉਹ ਸਾਡਾ ਫੇਰ ਦੋਸਤ। ਤੇ ਇੰਜੀ ਇਹਨਾਂ ਬਦਲਤੇ ਨਜ਼ਰੀਆਤ ਤੇ ਫਿਰ ਹੁੰਦੇ ਹੀ ਨੇ ਨਾ। ठीक वो कहते डॉक्टर भाई कितनी देर तक सेव कर सकते हैं जी डॉक्टर भाई वो जो इसकी बात अभी की ना खलीफा वक्त की आपने जी उसकी मंजी मैंने बड़ी खुली डुली ठोकी हुई है। अच्छा AJ की नाम की आईडी से आता है वो जी जी आप आता है वो अहमदिया डिकोड। हाँ जी, उनकी पूरा एक ग्रुप बना हुआ है। लेकिन जैसे अपना मुफ्ती साहब ने फरमाया कि अभी ना वो इसको ना इसको ऑन करता है ना इसको कोर्ट करता है, बल्कि अब उसकी जिम्मेदारी भी नहीं लेता मिर्जे जेलमी की। वो कहता है मैं उसे मुस्तस्ना हो गया हुआ वो, बाकी अल्लाह बेहतर जानता है। उस्मान रिजवी साहब तशरीफ अगर ते कोई लेंदा सी ना पहले नाम ते हुन ते ओने वो भी नहीं लेना, कोई भी नहीं लेगा कोई दिनां दे विच ना हफ्ते डेढ़ ज्यादा गेम नहीं, हफ्ते डेढ़ दे विच ही तुसीं वेख्या जे सोशल मीडिया तो सफाया हो जाने दे फॉलोअर सफाया है। एक मेरा सवाल है जी जी, इस पर एक सवाल है। फॉर एग्जांपल अगर कुछ उलमा निकल आते हैं बाहर, वो कहते हैं कोई नहीं इससे हो गई है और इसने चाहे इसको 2-3 बार मसला बयान करने में बयान किया है तो कोई नहीं इसको मौका देना चाहिए। तो और फर्दर जो है ना ये अपना काम जो है ना वो अच्छे तरीके से बच्चे वाले सवाल कर दे पे, बच्चे वाले सवाल कर देते हैं। नींदर च उठे कि कोई आलिम उठदा है अगर बिल फर्ज आलिम ने वो कोई जाहिल तो नहीं है की कर दे पे है। पहले वो जो जेलों बाहर थी उदों कोई आलिम बोलिया नहीं। तैयारियां हो गई जे लिख लो, तैयारियां हो गई जे बकायदा बयान दवाए जाएंगे कि यह काम हो गया है, शरी मसला बयान करने विच हो गया। हालांकि अशरफ अली जिलानी साहब ने अपने फतवे दे विच वो लिख दी है गल कि शरी मसला बयान करदे होया भी अगर तुसीं ये कहो ना कि फलाना फलाना इंज कहंदे ने ते ए हुक्म है वो कहना भी जायज नहीं है। बाबा जी जेड़ा आलिम ही बोलेगा ना हुन ओ की करदे हो पर नहीं है, बड़ी चा जाएगा एक ते गल ते इम्पॉसिबल है। हुन जेड़ा बोलेगा ना वो इंज ही है कि आ बैल मुझे मार, उस मौलवी नूं ना कौम ने रगड़ के रख देना जे की करदे हो पे। एक छोटी जी गल समझदे हो पे नु 295 सी जे है। अल्लाह अकबर कबीर। हां जी, सोशल मीडिया दे दो एक्टिविस्ट ने बहुत बड़े मौलवी नहीं हो, दो बड़े एक्टिविस्ट ने उन्हां दा बयान आ गया ओए एक्टिविस्टां ने वड़ जाना उत्थे ही। तुसीं वेख्या जे बंदा की है और पहले मिर्जा इंजीनियर का मैथी सी वो मैथी कह रहे हैं मुखालफ सी ओदे क्योंकि मुखालफ सी और मैं नाम लवांगा कि तुसीं कहोगे यार उस बंदे ने तो गल करनी नहीं चाहिए सी, एडा बड़ा एक्टिविस्ट है और मिर्जा इंजीनियर तो बहुत बड़ा मुखालफ और रब्बानी नहीं। कैसर अहमद राजा पहला बंदा मैं दसया एक दसना दो नहीं मैं दसना। कैसर अहमद राजा ने गल की है आहो जे हुन मैं सुनदा सा पिया मैनू भी खटकी सी, मैं क्या की कहंदा है। देखो कोई भी होए कैसर आ जाए या कोई भी होए जिन्ना तक चंगी गल करनगे ठीक है, ਅਸੀਂ ਉਹਨਾਂ ਨੂੰ ਦੀ ਗੱਲ ਨੂੰ ठीक है, नहीं ਤੇ ਅਸੀਂ ਉਹਨਾਂ ਨੂੰ ਇਹਨਾਂ ਨਾਲ ਸਾਨੂੰ ਕੀ ਮਸਲਾ। ਉਹਨੇ ਖੱਜ ਮਾਰੀ ਹੈ ਵੀਡੀਓ ਦੇ ਐਂਡ ਤੇ ਜਾ ਕੇ ਉਹਨੇ ਖੱਜ ਮਾਰੀ ਹੈ ਕਿ ਤੂੰ ਆਪਣਾ ਕੰਮ ਜਿਹੜਾ ਨਾ ਸਹੀ ਤਰੀਕੇ ਨਾਲ ਕਰ ਤੇ ਮੈਂ ਤੇ ਕਹਿੰਦਾ ਕਿ ਜਿਹੜਾ ਨਾ ਇਹਨੂੰ ਰਿਲੀਜ਼ ਦਿੱਤਾ ਜਾਵੇ।
ऐसा पागल आदमी हो। आगे भी उन्हें एक वीडियो ਰਿਲੀਜ਼ ਦਿੱਤਾ ਜਾ ਤੇ ਅਗਰ ਤੇ ਇਹ ਗੱਲ ਇੰਜ ਦੀ ਹੈ ਵੇ ਨਾ ਤੇ ਮੇਰੀ ਫਿਰ ਗੱਲ ਫਿਰ ਚਲੋ ਮੈਨੂੰ ਨਹੀਂ ਪਤਾ ਇਹ ਗੱਲ ਇੰਜ ਹੈ ਵੇ ਕਿ ਨਹੀਂ। ਅਗਰ ਇਹ ਹੈ ਵੇ ਤੇ ਇਹ ਜਿਹੜੀ ਹੁਣ ਦਿਨਾਂ ਦੇ ਵਿੱਚ ਇਹਦੀ ਵਿਊਵਰਸ਼ਿਪ ਥੱਲੇ ਆਏਗੀ। ਇਹ ਗੱਲ ਲਿਖ ਲਓ। ਇਹ ਹੋਈ ਇਹਦੇ ਆਪਣੇ ਫਾਲੋਅਰ ਨਾ ਕਿ ਕਿੰਨੀ ਜਲਦੀ ਮੁਖਾਲਫ ਇਹਦੇ ਹੋਣਗੇ। ਇਹ ਗੱਲ ਚਲੋ ਅੱਜ ਮੇਰੀ ਨੋਟ ਕਰ ਇਹ ਲਓ। ਇਹ ਵੀ ਪੇਸ਼ ਹੋਈ। अच्छा मैं सारी वीडियो ਗੱਲ ਉਹਨੇ ਕਹੀ ਹੈ। उस्मान भाई हुण ये भी जाएगा, उस्मान भाई हुण ये भी मिर्जा बनेगा, तुसी देख लेना। अगर जी, ये उन्हें ज्यादा सपोर्ट वीडियो ਨਹੀਂ करेगा ਅਸੀਂ ਵੱਡੀ ਗੱਲ ਨਹੀਂ ਕਰਦੇ ਵੱਡੀ ਨਹੀਂ। ਅਗਰ ਉਸਮਾਨ ਦੀ ਗੱਲ ਠੀਕ ਵੇ ਤੇ ਠੀਕ ਹੈ ਅਗਲੀ ਗੱਲ ये ਨਾ वीडियो ਕਰੋ। हमने उन्हें ला लो वीडियो में तानू सुना देना। उन्हें ला लो वीडियो एंड तो लाओ एंड ते उन्हें पैगाम लिखा है। ਇਹ ਅਜੇ ਹੁਣ ਥੋੜੀ ਦੇਰ ਪਹਿਲੇ ਹੀ ਮੈਂ ਵੇਂਦਾ ਸਾ ਪਿਆ ਚਲੋ ਮੈਂ ਲੱਭਣਾ ਵਾ ਦੁਬਾਰਾ ਇਹ ਵੇਖਾਂ। पहली वीडियो दी एंड ते उसका पैगाम सुना। ਮਾਨ ਭਾਈ ਜਦੋਂ ਐਕਸ਼ਨ ਹੋਇਆ ਹੈ, ਸਾਰੇ ਉਲਮਾ ਜਿਹੜੇ ਨੇ ਉਹ ਬਾਹਰ ਆਏ ਨੇ। ਸੜਕ ਤੇ ਮੈਂ ਵੀ ਵੇਖੇ ਨੇ ਜਿਹੜਾ ਨਾ ਉਲਮਾ ਸਾਰੇ ਬਾਹਰ ਆਏ ਨੇ। मोहम्मद अली मिर्जा को ਉਸ ਤੋਂ ਬਾਅਦ मैं पुलिस का ये बताना है कि जहलम में इंजीनियर मोहम्मद अली मिर्जा की एकेडमी को भी सील कर दिया गया है। मशीन मोहल्ला में वाकई उनकी नहीं, गिरफ्तार किया गया। इंजीनियर मोहम्मद अली ਹਾਂ पहली वीडियो लाओ ना दे वीडियो चैनल। चलो ठीक हो गया मुफ्ती साहब मैं इजाजत चाहूँगा सबको इजाजत चाहूँगा इंशाल्लाह फिर मुलाकात होगी जज़ाकल्लाह खैर अस्सलाम वालेकुम। बलासफहमी मुकदमात हाँ जिसे जेल जी भरी हुई है ते पहली वीडियो का थंबनेल जेल जी भरी हुई है। ਅਰੈਸਟਡ ਜਿਹਦੇ ਉੱਤੇ ਲਿਖਿਆ ਹੈ हाँ जी हाँ जी ਉਹੀ ਵੀਡੀਓ ਹੋਵੇ ਅੱਲਾ ਦੇ ਬੰਦਿਆ। एंड ते ला दो यही वीडियो पहली वीडियो देखनी सकते हैं तो इसका मतलब है कि बात अब सिर्फ ईसाइयों तक नहीं रुकी हुई कि वो ऐसा समझते हैं। ये तीर कहीं और लगाया जा रहा है, ये निशाना बीच में कोई और है। ईंट से ईंट रख के दीवार बनाई जाती है ना, ईंट से ईंट, ये ईंट के साथ ईंट लगाई जा रही है। इसलिए मेरी जो उलमा से भरपूर दरखास्त है कि इस मामले में जो बाकी कार्रवाई होती है, मैं ये एक चीज मैं क्लियर कर दूं अपनी बात पूरी करने से पहले। बहसीत इंसान मैं यानी बहसीत मुसलमान तो मेरा है कि मैं फिक्र के साथ जो उसके हैं जो इस्लाम की शरीयत के अहकाम उसके अंदर कोई गुंजाइश बनती है कि ये इंसान अपने अल्फाज वापस ले, माफी की गुंजाइश बनती है, मैं सबसे बड़ा सपोर्टर इस चीज का हूँगा कि इस मामले को यहाँ खत्म कर दिया जाए। ਹਾਂ ਗੱਲ ਨਿਕਲ ਆਈ ਹੈ ਨਾ ਗੱਲ ਨਿਕਲ ਆਈ तो इस तो आगे भी इन्हें मौका मिलता है। ਗੱਲ 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 ਨਿਕਲ ਆਈ ਹੈ ਗੱਲ शरीयत से अगर गुंजाइश निकलती है तो गुंजाइश रहो। ਹਾਂ ਉਹੀ ਗੱਲ ਨਿਕਲ ਆਈ ਹੈ। ਤੇ ਕੋਈ ਨਹੀਂ ਇਹ ਕੈਸੇ ਰਾਜਾ ਸਾਹਿਬ ਵੀ ਉਡੂੰਗੇਗੇ ਫਿਰ ਹੁਣ ਅੱਗੋਂ ਇਹ ਭਾਜੀ ਹੁਣ ਇਹਨਾਂ ਦੇ ਉੱਤੇ ਬਰਾਡਾਂ ਲੱਗਣਗੀਆਂ। ਪੂਰੇ ਗੱਲ ਕੋਈ ਵੀ ਨਹੀਂ ਹੋਣੀ। ਇਹ ਮਾਫੀ ਨਹੀਂ ਹੈ। ਉਹ ਨਹੀਂ ਉਹ ਹੈ ਵੇ ਮਾਫੀ ਜਾਂ ਨਹੀਂ ਹੈ। ਗੱਲ ਇੱਕ ਜ਼ਿੰਮੇਦਾਰ ਬੰਦਾ ਇੱਕ ਜ਼ਿੰਮੇਦਾਰ ਪਲੇਟਫਾਰਮ ਤੇ ਬਹਿ ਕੇ ਇੱਕ ਏਡੀ ਵੱਡੀ ਗੱਲ ਕਿੰਜ ਕਰ ਸਕਦਾ। ਇੱਕ ਗੁਸਤਾਹਿ ਰਸੂਲ ਦਾ ਇਹ ਬਿਲਕੁਲ ਫੇਵਰ ਹੈ ਹਮਾਇਤ ਹੈ ਹੋਰ ਕੀ ਕੁਝ ਵੀ ਮਾਫੀ ਮਿਲਣੀ ਮੁਲਣੀ ਤੇ ਨਹੀਂ ਲੇਕਿਨ ਐਵੇਂ ਕਿ ਇੱਕ ਜ਼ਿੰਮੇਦਾਰ ਬੰਦਾ ਇੱਕ ਏਡੀ ਜ਼ਿੰਮੇਦਾਰੀ ਵਾਲੀ ਪੋਸਟ ਤੇ ਬਹਿ ਕੇ ਏਡੀ ਵੱਡੀ ਗੱਲ ਕਿੰਜ ਕਰ ਸਕਦਾ। ਐਲੋ ਇਹ ਨਵਾਂ ਕੱਟਾ ਖੁੱਲ ਗਿਆ ਭਾਈ ਉਸਮਾਨ। ਮੈਂ ਤੇ ਵੀਡੀਓ ਪਾਰਲ ਪੂਰੀ ਨਹੀਂ ਸੀ ਵੇਖੀ ਇਬਤਦਾ ਤੋਂ ਥੋੜੀ ਜਿਹੀ ਵੇਖੀ ਸੀ ਤੇ ਹੁਣ ਤੂੰ ਜੋ ਤੂੰ ਦਲਾਈਏ ਤੇ ਮੈਂ ਵੇਖਣਾ ਅੱਗੇ ਸੁਣੋ ਜੀ। क्योंकि जो अहानत डिस्कस हो रही है वो दरवाजा बंद कर दिया जाए। और इंजीनियर साहब से उनकी फैमिली से रिक्वेस्ट करूंगा कि जनाब छोड़ दीजिए, आप गुस्से में हैं, जो भी आपकी जिंदगी के सर्कमस्टांसेस हैं, वो बंद कमरा है, वो कुछ भी है, व्हाटएवर इट इज, जस्ट लेट इट गो फॉर अ मिनट, लेट इट गो फॉर अ मिनट। जाने दे कुछ अर्सा। जो आप काम पहले कर रहे थे उसको एकेडमिक लेवल पे करें, उसमें बदतमीजी ना करें कि फलां बाबा ये और उनके लिए ऐसे तौहीन में अल्फाज कह देने, वो ना कहें। इल्मी लेवल पे इख्तलाफ करें, ये बड़े अच्छे से चला रहा है। आपकी पैदाइश से पहले भी ये इख्तलाफात चल रहे थे, अच्छे तरीके से चल रहे थे। ऑब्वियसली दैट इज नॉट टू से कि सबने इसी तरीके से किया, लेकिन कहने का मतलब ये है कि जो जनरल रवायत है, उसने किताब लिखी, इस तरह से आप काम करते रहें। आज वीडियोस का जमाना है, वो करते रहें, दैट्स फाइन। तो मैं इस हक में हूँगा कि ये मामला इस तरह से हो जाए। लेकिन अगर ये साहब फिर भी अड़ जाते हैं, इनका जो सेकुलर जत्था है वो उनके साथ खड़ा हो जाता है, इनकी एकेडमी के लोग सारे इनके आगे पीछे शागिर्द स्टूडेंट जो भी हैं वो खड़े हो जाते हैं, तो फिर इस चीज को हम नजरअंदाज नहीं कर सकते कि ये इस मुसलमानों को इस चीज पे कायल करने की कोशिश करना कि तौहीन करने वाली खातून से शादी जायज है, ये एक फिर ईंट से ईंट मिलाने वाली बात है। गुंजाइश निकलती है, ये अल्फाज वापस लें, दैट इज द बेस्ट। ये स्टैंड लें तो फिर स्टैंड लेना पड़ेगा।
दिस इज व्हाट आई वांटेड टू एक्सप्लेन। लोगों से एक आखिरी बात मैं जरूर कहूंगा कि वो सारे लोग जो इस वक्त इंजीनियर के साथ खड़े हुए हैं, पब्लिक में नहीं, किसी को दिखाने के लिए नहीं, ਯਾਰ ਉਹਨੇ ਨਾ ਅਸਲ ਦੇ ਵਿੱਚ ਕੈਸਰ ਰਾਜਾ ਨੇ ਆਪਣੀ ਇਲਮੀਅਤ ਦਾ ਪਹਿਲੇ ਹੀ ਇਤਰਾਫ ਕਰ ਲਿਆ ਹੈ ਔਰ ਮਾਜ਼ਰਤ ਕਰ ਰਹੀ ਹੈ ਕਿ ਮੈਂ ਕੋਈ ਆਲਿਮ ਨਹੀਂ ਹੈ, ਇਹ ਮਸਲਾ ਆਲਿਮ ਜਾਣਦੇ ਨੇ। ਉਹ ਕਹਿੰਦਾ ਹੈ ਪਿਆ, ਵੈਸੇ ਇਹ ਗੱਲ ਉਹ ਨਹੀਂ ਹੈ, ਗੱਲ ਹੋਰ। ਉਹ ਆਂਦਾ ਪਿਆ ਕਿ ਮੈਂ ਆਲਿਮੇ ਦੀਨ ਨਹੀਂ, ਮੈਂ ਤੇ ਇੱਕ ਵੈਸੇ ਹੀ ਇੱਕ ਸਮਝ ਲਓ ਕਿ ਯੂਟਿਊਬਰ ਹਾਂ ਇੱਕ, ਤੇ ਇਹ ਉਲਮਾ ਜਾਣਦੇ ਨੇ ਕਿ ਅਗਰ ਕੋਈ ਰਾਇਤ ਨਿਕਲਦੀ ਹੈ ਤੁਹਾਨੂੰ ਦੇ ਦਿਓ। ਉਹਨੇ ਉਲਮਾ ਦੇ ਉੱਤੇ ਸੁੱਟੀ ਹੈ ਗੱਲ। उस्मान वो फेक देवबंद को फॉलो करता है और जहाँ तक नहीं जो भी फेक जिसे भी फॉलो करता है, लेकिन उन्हें इस चीज का इतराफ किया कि मैं आलिम को नहीं जे है उलमा अगर कोई रिलीफ इनू मिलता है या कोई ऐसा कोई है भी तेनू दे दियो। उन्हें ए उलमा दे उत्ते गल की। उस्मान भाई भी यही कह रहे थे कि लोगों के मुंह से खुलवाया जाएगा। अभी आलम ही थोड़ा थोड़ा हो सकता है सामने। नहीं 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 एडी कोई सख्त नहीं। कैसर राजा नु मैं जानना बड़ा जबरदस्त आदमी है ते एडी ओ ढिली गल नहीं सी कर सकदा। नहीं इंज नहीं है, गल होर। और शाह जी जे वो आलिम नहीं ये सेंसिटिव अपना मामले दे विच क्यों इस तरह दी राय क्यों दे रहा है? बस वो फिर एक जाहिल तो फिर जाहिल ही हुंदा है ना, वो आलिम दे बराबर तो नहीं हो सकता। ਰਾਏ ਤੇ ਜਿਹੜੇ ਨੇ ਉਹ ਐਂਕਰ ਵੀ ਦੇ ਰਹੇ ਨੇ। ਇਹ ਹੁਣ ਮੈਂ ਜਵੇਦ ਚੌਧਰੀ ਨੂੰ ਵੀ ਸੁਣਿਆ ਵੇ, ਉਹਨੇ ਕਿਹਾ ਜੀ, ਇਹ ਭੱਟੀ ਨੂੰ ਸੁਣਿਆ, ਭੱਟੀ ਨੂੰ ਵੀ ਕਿਹਾ, ਭੱਟੀ ਨੇ ਕਿਹਾ ਜੀ ਪਹਿਲੀ ਗੱਲ ਤਾਂ ਇਹ ਕਿ ਇਹਨੇ ਗੁਸਤਾਖੀ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਹਤਰ ਹੈ ਸੀ ਕਿ ਬੈਠ ਕੇ ਹੱਲ ਕਰ ਦਿੱਤਾ ਜਾਂਦਾ। ਤੇ ਬਹਰਹਾਲ ਹੁਣ ਇਹਦੇ 'ਚ ਗੁੰਜਾਇਸ਼ ਬਿਲਕੁਲ ਨਹੀਂ ਮਾਫੀ ਦੀ। ਕੋਈ ਗੁੰਜਾਇਸ਼ ਹੈ ਹੀ ਨਹੀਂ ਜੀ। ਫਿਰ ਤੇ ਹਰ ਵੱਡੇ ਤੋਂ ਵੱਡੇ ਗੁਸਤਾਖ ਦੇ ਬਾਰੇ ਇਹ ਵੀਡੀਓ ਬਣਾਈ ਜਾ ਸਕਦੀ ਹੈ ਕਿ ਅਗਰ ਸ਼ਰੀਅਤ ਦੇ ਵਿੱਚ ਇਜਾਜ਼ਤ ਨਿਕਲਦੀ ਹੈ ਤੇ ਦੋ ਇਜਾਜ਼ਤ ਤੇ ਨਿਕਲਦੀ ਇਜਾਜ਼ਤ ਤੇ ਦੋ ਇਜਾਜ਼ਤ ਤੇ ਬਾਅਦ ਚ ਕਹਿ ਦੇ ਮੈਂ ਆਲਮ ਤੇ ਨਹੀਂ ਹੈਗਾ। ਬਾਰਾ ਲੈ ਵੇ ਕਿ ਗੱਲ ਹੈ ਕਿ ਐਰਾ ਕੈਸਰ ਆ ਜਾਂਦਾ ਕਿ ਗੱਲ ਪੁਚਾਈ ਜੇ, ਉਹਨੂੰ ਪੁਚਾਈ ਜਾਏ ਕਿ ਭਈਆ ਤੂੰ ਕੀ ਉਹ ਟਾਈਮ ਮੈਂਸ਼ਨ ਕਰਕੇ ਨਾ ਥੱਲੇ ਕਮੈਂਟ ਕਰੋ ਕਿ ਤੂੰ ਕੀ ਖੱਚ ਮਾਰੀ ਹੈ ਭਾਈ, ਕੀ ਕਹਿਣਾ ਹੈ ਪਿਆ। ਇਹਦੀ ਵੀਡੀਓ ਦੇ ਥੱਲੇ ਨਾ ਕਮੈਂਟ ਕਰੋ ਭਾਈ ਸਾਰੇ, ਤਾਂ ਕਿ ਇਹ ਗੱਲ ਉਹਦੇ ਤੱਕ ਪਹੁੰਚੇ। ਬਿਲਕੁਲ ਬਿਲकुल ਸਾਰੇ ਦੋਸਤ ਵੇਖਣ ਵੀਡੀਓ ਕਮੈਂਟ। ਹਾਂਜੀ ਤਰੀਕਾਕਾਰ ਨਾ ਇੱਕ ਪਹਿਲੇ ਤੁਹਾਡਾ ਹੱਕ ਬਣਦਾ ਵੇ ਕਿ ਇੱਕ ਵਾਰੀ ਪੈਗਾਮ ਪਹੁੰਚਾਓ, ਫਿਰ ਉਹਦੇ ਤੇ ਉਹ ਡਟ ਜਾਏ ਜਾਂ ਉਹ ਉਹਨੂੰ ਇਗਨੋਰ ਕਰੇ ਜਾਂ ਉਹਦੇ ਉੱਤੇ ਜਵਾਬ ਨਾ ਦੇਵੇ ਤੇ ਫਿਰ ਬੰਦਾ ਚਲੋ ਉਹਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਵੀ ਕਰਦਾ ਚੰਗਾ ਲੱਗਦਾ। ਕੀ ਖਿਆਲ? ਤੇ ਹਜੇ ਨਹੀਂ, ਹਜੇ ਉਹ ਮਰਹਲਾ ਸ਼ਾਇਦ ਨਹੀਂ ਆਇਆ ਤੇ ਉਹ ਨਾ ਕੁਝ ਕਮੈਂਟ ਜਾਣੇ ਚਾਹੀਦੇ ਨੇ ਕਿਉਂਕਿ ਵੀਡੀਓ 4 ਘੰਟੇ ਪਹਿਲੇ ਵੀਡੀਓ ਅਪਲੋਡ ਹੋਈ ਏ ਤੇ 700 ਤੇ 8 ਕਮੈਂਟ ਆ ਵੀ ਚੁੱਕੇ ਨੇ। ਤੇ ਟਾਈਮ ਨੂੰ ਮੈਂਸ਼ਨ ਕਰਕੇ ਨਾ ਤੇ ਤੁਸੀਂ ਆਪਣੇ ਇੱਕ ਜਿਹੜਾ ਮੌਕਫ ਹੈ ਨਾ ਉਹ ਰੱਖੋ, ਉਹਦੇ ਕੋਲ ਪੁੱਛੋ ਕਿ ਭਾਈ ਇਹ ਗੱਲ ਤੂੰ ਕੀਤੀ ਤੇ ਕਿਉਂ ਕੀਤੀ ਜਾਂ ਕਿਸ ਤਨਾਜ਼ੁਰ ਚ ਕੀਤੀ ਏ, पूछा जाए कम अज कम। हाँ जी शाह जी, इस तरह फॉर एग्जाम्पल कोई 50 बंदे वीडियो बना देता है, 50 बंदा कह देता है कि मालूम तो नहीं हूँ, लेकिन मैं कहता हूँ कि अपनी राय देता हूँ कि शरीयत में अगर इजाजत है तो उसको दो इजाजत है, इसको दो छूट, इसकी फैमिली है फलां है, फिर तो हर गुस्ताख के लिए ये बात बन जाएगी। उस्मान भाई फैसला तो उलमा को लाएगा ना फिर भी। अल्लाह अकबर, फैसला तो हो गया होगा। अच्छा जब से मैंने गल है वे कि किताब छपवाने वास्ते कुछ दोस्त कह रहे ने ते यार मैनू मैसेज ना वल्ला बड़े आंदे ने और दोस्त फिर ना सानू फिर उन्हां बारे भी बदगुमानी जी एक आनी शुरू हो जाती है, समझ आई कि नहीं। ते या ते गल मूँह कड्डी दी नहीं हुंदी ਤੇ ਜੇ ਗੱਲ ਮੂੰਹ ਕੱਢੋ ਨਾ ਤੇ ਫਿਰ ਪੂਰਾ ਕਰਿਆ ਕਰੋ, ਨਹੀਂ ਤੇ ਉਹਦਾ ਹੁੰਦਾ ਹੈ ਵੇ ਕਿ ਤੁਹਾਡੇ ਬਾਰੇ ਫਿਰ ਅਸੀਂ ਇੱਕ ਮਨਫੀ ਜਿਹੜੀ ਚੀਜ਼ ਹੁੰਦੀ ਹੈ ਇੱਕ ਰਾਏ ਆਪਣੇ ਜ਼ਿਹਨ 'ਚ ਰੱਖ ਲੈਂਦੇ ਹਾਂ। ਤੇ ਤੁਸੀਂ ਮੈਨੂੰ ਐਵੇਂ ਪੋਲਾ ਨਾ ਸਮਝੋ, ਮੈਂ ਇੱਕ ਇੱਕ ਬੰਦੇ ਨੂੰ ਨੋਟ ਕਰਨਾ ਵਾ, ਡਾਇਰੀ ਰੱਖੀ ਹੈ ਮੈਂ, ਉਹਦਾ ਵਾਅਦਾ ਵੀ ਨੋਟ ਕਰਨਾ, ਉਹਦੀ ਕੀ ਗੱਲ ਹੋਈ ਸੀ, ਹਰ ਚੀਜ਼ ਨੂੰ ਮੈਂ ਅੱਜ ਤੋਂ 10 ਸਾਲ ਪਹਿਲੇ ਦੀਆਂ ਮੈਂ ਚੀਜ਼ਾਂ ਲਿਖੀਆਂ ਨੇ। ਤੁਸੀਂ ਕੀ ਮੈਨੂੰ ਸਮਝਦੇ ਹੋ? ਐਵੇਂ ਹੀ ਸਮਝਦੇ ਹੋ ਤੇ ਇੰਜ ਨਾ ਕਰਿਆ ਕਰੋ। ਜੇ ਅਗਰ ਪੂਰੇ ਉਤਰ ਸਕਦੇ ਹੋ ਨਾ ਤਾਂ ਕਰਿਆ ਕਰੋ ਉਹ ਗੱਲ ਨੂੰ।
ਨਹੀਂ ਤੇ ਉਹ ਫਿਰ ਨਾ ਕੰਮ ਖਰਾਬ ਹੋ ਜਾਂਦਾ ਹੈ। ਹਰ ਚੀਜ਼ ਸਾਨੂੰ ਪਤਾ ਹੁੰਦੀ ਹੈ। ਅਸੀਂ ਮਿਸਾਲ ਹੈ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਹਾਂ, ਇੱਕ ਚੀਜ਼ ਨੂੰ ਲੈ ਕੇ ਟੁਰਨੇ ਆ ਪਏ ਤੇ ਉਹਦਾ ਅਸੀਂ ਇੱਕ ਨਿਜ਼ਾਮ ਵੀ ਮੁਰਤਬ ਕੀਤਾ ਹੈ। ਚਲੋ ਜੀ, ਕਰੋ ਜੀ ਗੱਲ। ਤੇ ਬੰਦਾ ਕਹਿ ਰਿਹਾ ਕਿ ਮੁਫਤੀ ਤਾਰਕ ਮਸੂਦ ਦਾ ਵੀ ਕੋਈ ਕਲਿੱਪ ਆਇਆ ਇਹਦੇ ਹੱਕ 'ਚ, ਜਾਂ ਪਤਾ ਨਹੀਂ ਕੀ ਹੈ। ਉਹ ਤੇ ਫਿਰ ਹੁਣ ਸਾਰੇ ਹੀ ਬੋਲਣਗੇ ਨਾ, ਉਹ ਤੇ ਸਰਚ ਕਰੀਏ ਤੇ ਚੀਜ਼ਾਂ ਬੜੀਆਂ ਹੀ ਨਿਕਲਣਗੀਆਂ। ਤੇ ਲੇਕਿਨ ਇਹ ਕਿ ਬਸ ਕੋਈ ਨਹੀਂ, ਗੇਮ ਓਵਰ ਹੋ ਗਈ ਹੈ ਬਾਬਾ ਜੀ, ਗੇਮ ਓਵਰ ਹੋ ਗਈ, ਬਸ ਐਂਡ ਹੋ ਗਿਆ, ਡੈਮੇਜ ਹੈਜ਼ ਬੀਨ ਡਨ ਹੋ ਗਈ। ਹੁਣ ਚੀ ਕਰੋ, ਟੀ ਕਰੋ, ਪੀ ਕਰੋ, ਕੋਈ ਬਿਆਨ ਦਵੇ, ਕੁਝ ਹੋ ਜੇ, ਕੁਝ ਵੀ ਨਹੀਂ ਬਣਨਾ। ਚੀਕਾਂ ਮਾਰੋ, ਪੁੱਠੀਆਂ ਕਲਾਬਾਜ਼ੀਆਂ ਮਾਰੋ, ਕੱਖ ਵੀ ਨਹੀਂ ਹੋਣਾ, ਬਸ ਐਂਡ ਹੋ ਗਿਆ। ਹਜ਼ੂਰ ਦੋਸਤੋ ਫੀ ਨਾ ਲੱਗਦੀ, ਕੋਈ ਹੋਰ ਸ਼ਿਕ ਲੱਗਦੀ ਤੇ ਉਹਦੇ ਵਿੱਚ ਗੁੰਜਾਇਸ਼ ਬਣ ਜਾਣੀ ਸੀ, ਮਗਰ ਇਹ ਕਿ 295 ਸੀ ਲੱਗ ਚੁੱਕੀ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਹ ਕਿਸੇ ਸੂਰਤ ਵੀ ਗੁੰਜਾਇਸ਼ ਨਹੀਂ ਨਿਕਲਦੀ। ਕੋਈ ਵੀ ਇੱਕ ਮਿੰਟ ਜ਼ਰਾ रुको भाई, खिलाफ एक्शन हो जाएगा। एक मिनट रुको भाई, रुको। बरसों की आजमाई हुई मिनटों में असर दिखाई। अब आप बताइएगा कि इंजीनियर मोहम्मद अली मिर्जा जो हैं, जो टिकटॉक पे काफी मशहूर हैं, सोशल मीडिया पे। अच्छा, मैं क्योंकि माजरत के मैं क्योंकि उनको इतना नहीं जानता ना, मैं टिकटॉक मैंने डाउनलोड किया हुआ है, तो मैंने ना उनकी कोई ज्यादा बातचीत नहीं, ना उनके व्यूज नहीं जानता है। मेरी इसको आप कामिल नहीं समझे कि उन्हें बहुत सारी दुनिया, लाखों लोगों, करोड़ों लोग जानते होंगे, लेकिन मैं उन लोगों में नहीं, उन लोगों को जानता हूँ। तो उनको गिरफ्तार कर लिया जाए कोई, और क्या क्या वजह क्या थी? आसिफ, क्योंकि आपको पता कि मैं भी मजहबी अमूर के बारे में या मजहबी मामला के बारे में अपने आप को, मेरी ये पब्लिक एक एक्नॉलेज, जिसे कह लें कि मैं इसको पब्लिकली तस्लीम करता हूँ कि मुझे मजहबी मामला का इतना पता नहीं। लेकिन इंजीनियर मोहम्मद अली मिर्जा ये मेरे नोटिस में आए। हेलो जी, हेलो जी, पहला नतीजा आ गया जी। लो जी, चैनल है ट्रुथ लवर आना मुस्लिम, ਉਹਦਾ ਜੇ ਉਹ ਕੀ ਉਹਨੂੰ ਆਂਦੇ ਨੇ ਵੱਡਾ, ਤੇ ਉਹ ਕਿਸੇ ਹੋਰ ਬੰਦੇ ਨੂੰ ਸੱਦ ਕੇ ਲਿਆਇਆ ਜੇ। ਹੈਲੋ ਜੀ, ਉਹ ਜਿਹੜਾ ਚੈਨਲ ਪੂਰੇ ਦਾ ਪੂਰਾ ਚੈਨਲ ਮਿਰਜ਼ਾ ਜੂਨੀਅਰ ਜੇਲਮੀ ਦੀ ਵੀਡੀਓ ਸਾਰੀਆਂ ਪਈਆਂ ਜੇ, ਤੇ ਉਹ ਉਹ ਕੱਲ ਤੱਕ ਜਿਹੜਾ ਉਹਦਾ ਫਾਲੋਵਰ ਬਣਿਆ ਸਾਜੇ, ਤੇ ਉਹਨੇ ਨਾਲ ਹੀ ਜਦੋਂ ਆਈਏ ਨਾ FIR ਕੱਟੀ, ਤੇ ਉਹ ਆਂਦਾ ਮੈਂ ਜ਼ਿਆਦਾ ਮਜ਼ਹਬੀ ਚੀਜ਼ਾਂ ਨੂੰ ਮੈਂ ਨਹੀਂ ਜ਼ਿਆਦਾ ਜਾਣਦਾ। ਸੁਣਿਆ ਜੇ, ਉਹ ਮੈਂ ਨਹੀਂ ਜਾਣਦਾ। ਹੈਲੋ, ਇਹ ਵੇਖਿਓ ਜ਼ਰਾ, ਇਹ ਜ਼ਰਾ ਮੈਂ ਕੈਮਰਾ ਆਨ ਕਰ ਲਾਂ ਜ਼ਰਾ, ਇੱਕ ਮਿੰਟ ਯਾਰ। ਪਹਿਲਾ ਨਤੀਜਾ ਆ ਗਿਆ ਜੇ। ਹੈਲੋ, ਸੁਣੋ ਜ਼ਰਾ, ਵੇਖੋ। ਹੈਲੋ, ਤੁਹਾਨੂੰ ਕਿਹਾ ਸੀ ਨਾ, ਤੁਹਾਨੂੰ ਕਿਹਾ ਸੀ। ਹੈਲੋ, ਪਹਿਲਾ ਨਤੀਜਾ 3 ਘੰਟੇ ਪਹਿਲੇ ਦੀ ਇਹ ਵੀਡੀਓ ਜੇ, ਤੇ ਚੈਨਲ ਦਾ ਨਾਮ ਹੈ ਟਰੁਥ ਲਵਰ। ਹੈਲੋ ਜੀ, मिर्जा जूनियर जेलमी दा यानी ये चैनल है। अच्छा एजाज, अब आप बताइएगा कि इंजीनियर मोहम्मद अली मिर्जा जो हैं, जो टिकटॉक पे काफी मशहूर हैं, सोशल मीडिया पे। अच्छा, मैं क्योंकि माजरत के मैं क्योंकि उनको इतना नहीं जानता ना, मैं टिकटॉक मैंने डाउनलोड किया हुआ है, तो मैंने ना उनकी कोई ज्यादा बातचीत नहीं, ना उनके व्यूज नहीं जानता है। मेरी इसको आप कामिल नहीं समझे कि उन्हें बहुत सारी दुनिया, लाखों लोगों, करोड़ों लोग जानते होंगे, लेकिन मैं उन लोगों में नहीं, उनको जानता हूँ। तो उनको गिरफ्तार कर लिया जाए कोई, और क्या क्या वजह क्या थी? आसिफ, क्योंकि आपको पता है कि मैं भी मजहबी अमूर के बारे में या मजहबी मामला के बारे में अपने आप को, मेरी ये पब्लिक एक एक्नॉलेज, जिसे कह लें कि मैं इसको पब्लिकली तस्लीम करता हूँ कि मुझे मजहबी मामला का इतना पता नहीं। लेकिन इंजीनियर मोहम्मद अली मिर्जा ये मेरे नोटिस में आए कि मैं मुतअद्दिद जगहों पर मैं बाहर भी ट्रैवल किया। हिंदुस्तान में मैं जब गया तो हिंदुस्तान में मेरे एक जानने वाले थे, उनकी बड़ी सोशल मीडिया पर बड़ी फॉलोइंग थी। उन्होंने मुझे रिक्वेस्ट किया कि यार इंजीनियर मोहम्मद अली मिर्जा से हमारा इंटरव्यू करवा दें, और रिक्वेस्ट करने वाले एक हिंदुस्तान के जर्नलिस्ट थे। अच्छा, मेरे लिए बड़ी हैरानकुन बात थी कि हिंदुस्तान में एक जर्नलिस्ट है जो कि हिंदू है, मुसलमान भी नहीं है, वो मोहम्मद अली मिर्जा की बातों से बड़ा इंप्रेस है। और भी मैं यूरोप में गया, या तो ज्यादा इसीलिए परेशान होंगे कि आपके जेलन के है ना। जी, जेलन के भी है, आप इतना नहीं जानते, लेकिन इंडिया वाले लोग जानते हैं। इंडिया जानता है। यूरोप में मुख्तलिफ लोगों से बात की, तो वो लोगों को जब ये पता लगता है कि मैं जेलम से हूँ, तो कहते हैं कि आप मोहम्मद अली मिर्जा साहब को जानते हैं। अच्छा, मिर्जा साहब बड़े नाइस आदमी, मेरे से इनका रहा हुआ, ये फोन पे मुझसे बात किया करते थे। अच्छा, मैं भी इनको रिस्पेक्ट करता था, गपशप लगाता था, लेकिन मुझे फ्रेंडली इनकी अहमियत का इतना ज्यादा पता नहीं था। ज़रा कोई आपको फोन पे बात करें तो मैं इनको रिस्पेक्ट देता था, लेकिन ये बड़ी पॉलिटिकल इश्यूज के ऊपर मुझसे बातचीत किया करते थे। बाद में मुझे पता लगा यार ये तो बड़े पॉपुलर है, मेरी फैमिली के अंदर ख्वातीन मर्द वो इनको बड़ा फॉलो करते हैं।
तो मेरे लिए बड़ा इनका एहतराम हुआ। फिर मुझे ये पता चला कि जो बात जो दूसरी बड़ी अहम बात थी, जो पहले से भी ज्यादा अहम है, कि मशहूर तो हर कोई हो जाता है। मशहूर होना आज के दौर में मुश्किल काम नहीं है, सबसे आसान काम है मशहूर होना। 2-4 बंदे गालियां निकाल दें, उल्टी सीधी बातें कर ले, किसी ने वायरल किया, अगेन मुझे नहीं पता वो क्या है, लेकिन कुछ जो मजहबी अनासर है, वो डिप्टी कमिश्नर जो है जेल, उनके पास गए और उन्होंने इन्हें मेंटेनेंस ऑफ पब्लिक ऑर्डर के तहत 3 माह के लिए नजरबंद कर दिया, एमपीओ के तहत। तो हमारा, मैं इनको बहुत एहतराम इसलिए करता हूँ कि ये फिरकावारियत नहीं खिलाते, जो अहम बात है, ये इंतहा पसंदी के खिलाफ है, जो कि यार वो कल तक ਜਿਹੜਾ ਉਹਦਾ ਸੀ ਚੈਨਲ ਚਲਾ ਰਿਹਾ ਉਹ ਮੁੱਕਰ ਹੀ ਗਿਆ ਭਾਈ। ਇਹ ਅੱਲਾ ਯਾਰ ਕਮਾਲ ਦੀ ਹੋ ਗਿਆ। बड़े बड़े फड़े जाएंगे ਯਾਰ ये बड़े बड़े ਹੋ ਗਈ ਯਾਰ। ਉਹ ਆਂਦਾ ਮੈਨੂੰ ਪਤਾ ਹੀ ਕੋਈ ਨਹੀਂ ਦੀਨ ਦੇ ਬਾਰੇ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ। ਹੈਲੋ, ਇਹ ਪਹਿਲਾ ਨਤੀਜਾ ਆ ਗਿਆ ਜੇ ਭਾਈ। ਹੈਲੇ ਉਹਦੇ ਹੱਕ 4000 ਤੇ ਅਸ਼ਰਾ ਮੁਬਸ਼ਰਾ ਦਾ। ਹੈਲੋ ਭਾਈ, ਇਹ ਪਿਆ ਜੇ ਐਲ ਜੇਲਮ ਅਕੈਡਮੀ ਉਹ ਪਈ ਜੇ, ਕਰ ਲੋ ਗੱਲ। ਯਾਰ ਕਮਾਲ ਹੋ ਗਈ ਹੈ ਯਾਰ। ਸ਼ਾਜੀ ਹੁਣ ਇਹਨਾਂ ਸਾਰਿਆਂ ਨੇ ਕਹਿਣਾ ਉਹ ਜਿਵੇਂ ਕਾਜ਼ੀ ਯਾਰ ਨੂੰ ਨਹੀਂ ਕਹਿੰਦੇ, ਉਹ ਜ਼ਿਹਨੀ ਤਵਾਜ਼ਨ ਦਾ ਖਰਾਬ ਸੀ, ਇੰਜ ਨਾ ਕਹਿ ਕੇ ਜਾਨ ਛਡਾਣੀ। ਉਹ ਕਮਾਲ ਹੋ ਗਈ ਹੈ ਯਾਰ। ਅਜੇ ਬੜਾ ਕੁਝ ਆਏਗਾ, ਬੜਾ ਕੁਝ ਵੇਖਿਆ ਜੇ ਨਾ। ਸਭ ਨੇ ਹੌਲੀ ਹੌਲੀ ਤਿੱਤਰ ਹੋਣਾ ਹੈ। ਇਹਨਾਂ ਨੇ ਕਹਿਣਾ ਸੀ ਤੇ ਮੰਨਦੇ ਹੀ ਅਸੀਂ, ਪਤਾ ਹੀ ਨਹੀਂ ਕੌਣ ਸੀ। ਸਾਡੇ ਕੋਲ ਤੇ ਗਲਤੀ ਨਾਲ ਵੀਡੀਓ ਅਪਲੋਡ ਹੋ ਗਈਆਂ ਸਨ। ਵੇਖਿਓ ਸਹੀ, ਬਿਲਕੁਲ ਐ ਹੋਣਾ। ਹਾਂਜੀ, ਅੱਛਾ ਡੈਮੇਜ ਹੈਜ਼ ਬੀਨ ਡਨ। ਪੁੱਤਰ ਇਹਨੂੰ ਕਹਿੰਦੇ ਨੇ ਡੈਮੇਜ ਹੈਜ਼ ਬੀਨ ਡਨ। ਰੱਬ ਨੇ ਆਪਣਾ ਦਾਮਨ ਛੁਡਾਣਾ ਹੈ, ਰੱਬ ਨੇ ਆਪਣਾ ਦਾਮਨ ਛੁਡਾਣਾ ਹੈ। ਠੁੱਕੀ ਆ ਨਾ, ਜਾਣਦੇ ਹੀ ਨਹੀਂ। ਕਮਾਲ ਹੋ ਗਈ। ਸ਼ਾਜੀ ਜਿਹੜੇ ਮਲੰਗਾ ਨੇ ਗੱਡੀਆਂ ਪਿੱਛੇ ਉਹ ਲਿਖਵਾਇਆ ਸੀ ਨਾ ਬਾਬੇ ਦੀ ਸ਼ਾਇਦ ਅੱਛਾ ਇੱਧਰ 28-12 ਵੀ ਟੁਰ ਗਿਆ ਜੇ। ਉਹ ਵੇਖਿਆ ਜੇ ਹੁਣ ਇੰਜ ਤਿੱਤਰ ਹੋਣਾ, ਇੰਜ ਵੇਖਿਆ ਜੇ ਬੰਦਾ ਕੀ ਇਹਨਾਂ ਲਾਂਤੀਆਂ ਨੂੰ ਗੱਡੀਆਂ ਵੇਚਣ ਦੀਆਂ ਨੇ। ਓਏ ਅੱਲਾਹੁ ਅਕਬਰ। ਆਜਜ਼ ਨੇ ਯਕੀਨ ਜਾਨੋ ਕੋਈ ਸਾਲ ਕੋ ਪਹਿਲੇ ਰਾਉਂਡ ਬੋਰਡ ਕਹਿ ਦਿੱਤਾ ਸੀ ਕਿ ਪੁੱਤਰ ਇੱਕ ਦੇ ਨਾਂ ਨਾਲ ਹੈ ਮਰਜ਼ਈਓ, ਤੁਸਾਂ ਕਹਿਣਾ ਅਸੀਂ ਜਾਣਦੇ ਹੀ ਕੋਨੀ, ਇਹਨੂੰ ਮੰਨਦੇ ਹੀ ਕੋਨੀ, ਸਾਨੂੰ ਪਤਾ ਹੀ ਕੋਨੀ ਹੈ ਕੌਣ। ਹਾਂ ਵੇਖੋ ਆ ਗਿਆ ਜੇ ਨਾ, ਉਹ ਦਿਨ ਆਇਆ ਜੇ ਨਾ ਮੇਰਾ ਪੁੱਤਰ। ਅੱਗੇ ਵੇਖੋ ਬੰਦਾ ਕੀ ਹੈ ਤੁਹਾਡੇ ਨਾਲ। ਹਾਂ ਅੱਛਾ ਮਰਜ਼ਈਆ ਨੂੰ ਬੜੀ ਅੱਗ ਸ਼ਾਜੀ ਤੁਹਾਡੇ ਆਉਣ ਤੋਂ ਪਹਿਲੇ ਨਾ ਜੀ ਨਦੀਮ ਭਾਈ ਕਰੋ ਮੈਂ ਵੀ ਉਹੀ ਗੱਲ ਕਰ ਲਾਂਗਾ। ਉਹ ਸ਼ਾਜੀ ਥੋੜੀ ਦੇਰ ਪਹਿਲੇ ਨਾ ਨਦੀਮ ਭਾਈ ਨੂੰ ਬਰਾੜ ਲਾਈ ਹੈ ਤੇ ਮੈਂ ਵੀ ਆਇਆ ਤਾਂ ਕਾਦੀਆ ਨਹੀਂ ਆਇਆ ਮਲੰਗ ਇੱਕ, ਉਹ ਬੜੀ ਤਕਲੀਫ ਹੋ ਰਹੀ ਹੈ ਇਹਨਾਂ ਨੂੰ। ਇਹਦਾ ਚੈਨਲ ਵੀ ਮੈਨੂੰ ਲੱਗਦਾ ਹੈ ਇਨਸ਼ਾਅੱਲਾ ਜ਼ਵਜਲ, ਪਤਾ ਨਹੀਂ ਮੈਨੂੰ ਕਿਉਂ ਲੱਗਦਾ ਹੈ ਕਿ ਇਹ ਵੇਖਿਆ ਜੇ ਅਨਕਰੀਬ ਪਹਿਲੇ ਤੇ ਪਾਕਿਸਤਾਨੀ ਗੌਰਮੈਂਟ ਇਹਦੇ ਚੈਨਲ ਨੂੰ ਆਪਣੇ ਨੈਸ਼ਨਲ ਸਤ੍ਹਾ ਤੋਂ ਬੰਦ ਕਰੇਗੀ, ਫਿਰ ਬਾਅਦ ਚੋਂ ਹੋ ਸਕਦਾ YouTube ਨੂੰ ਵੀ ਅਪੀਲ ਕੀਤੀ ਜਾਏ ਔਰ YouTube ਵੀ ਇਹਨਾਂ ਦੀ ਅਪੀਲ ਜਿਹੜੀ ਹੈ ਮੰਨ ਲੇਗਾ, ਸੁਣ ਲੇਗਾ ਔਰ ਪਰਮਾਨੈਂਟ ਇਹਨਾਂ ਦੇ ਚੈਨਲ ਉਡਾ ਦੇ। ਹਾਂਜੀ ਵੇਖਿਆ ਬਿਲਕੁਲ ਸ਼ਾਜੀ, ਸਾਈਬਰ ਕ੍ਰਾਈਮ ਵਾਲਿਆਂ ਨੇ ਨੱਪਿਆ ਨਾ ਤੇ ਉਹਨਾਂ ਨੇ ਸਾਰੇ ਤਹਿਕੀਕ ਕਰਨੀ ਹੈ। ਉਹ ਬਾਬਾ ਜੀ 295 ਸੀ ਚੀਜ਼ ਹੀ ਐਸੀ ਹੈ, ਇਹਦੀ ਹਮਾਇਤ ਕਰਨ ਵਾਲਾ ਇਹਦਾ ਬੰਦਾ ਜਿਹੜਾ ਇੰਜ ਦਾ ਹੋਏਗਾ, ਇਹਨੂੰ ਤੇ ਵਰਲਡ ਵਾਈਡ ਲਾਭ ਹੈ ਨਾ, ਵਰਲਡ ਵਾਈਡ ਲਾਭ। ਇਹ ਬਾਬਾ ਜੀ YouTube ਨੇ ਵੀ ਇੰਜ ਦੇ ਬੰਦੇ ਨੂੰ ਚੁੱਕ ਕੇ ਬਾਹਰ ਮਾਰਨਾ ਵੇਖਿਆ ਜੀ। ਅੱਛਾ ਜ਼ੂਰ, ਇੱਕ ਨਾ ਮੈਂ ਮਜ਼ੇ ਵਾਲੀ ਗੱਲ ਸੁਣਾਉਣ ਲੱਗਾ। ਅੱਜ ਹੀ ਮੈਂ ਇੰਟਰਵਿਊ ਸੁਣਿਆ ਜਵੇਦ ਚੌਧਰੀ ਨੂੰ। ਜਵੇਦ ਚੌਧਰੀ ਕਹਿੰਦਾ ਹੈ ਕਿ ਫੜਿਆ ਕਿੰਝ ਗਿਆ, ਕਹਿੰਦਾ ਹੈ ਕਿ ਪਹਿਲੇ ਬੰਦੇ ਭੇਜੇ ਗਏ ਨੇ ਇਹਦੇ ਕੋਲ ਕਿ ਥਾਣੇ ਆ ਕੇ ਤੇ ਤਬਲੀਗ ਕਰ ਨਾ, ਥੋੜੀ ਜਿਹੀ ਤਬਲੀਗ ਕਰ, ਤੇ ਇਹ ਨਹੀਂ ਆਇਆ। ਉਸ ਤੋਂ ਬਾਅਦ ਗਾਰਤ ਭੇਜੀ ਗਈ ਹੈ। ਇਹਨਾਂ ਨੇ ਪੂਰੀ ਅਕੈਡਮੀ ਨੂੰ ਨਾ ਘੇਰੇ ਚ ਲਿਆ। ਉਹ ਬਹਾਈਆਂ ਦਾ ਤਸਵੀਰਾਂ ਪਾਈਆਂ, ਅਕੈਡਮੀ ਪੂਰੀ ਨੂੰ ਘੇਰੇ ਚ ਲੈ ਕੇ ਤੇ ਅੰਦਰ ਵੜ ਗਏ ਨੇ। ਫਿਰ ਪੁਲਿਸ ਵਾਲੇ ਅੰਦਰ ਵੜ ਕੇ ਤੇ ਸਕਾਲਰ ਸਾਹਿਬ ਨੂੰ ਨਾ ਹੱਥਕੜੀਆਂ ਲਾ ਕੇ ਤੇ ਬਾਹਰ ਲਿਆਂਦੇ ਪਏ ਨੇ। ਤੇ ਉਹ ਉਤੋਂ ਆਰਡਰ ਕਰ ਦਿੱਤਾ ਹੈ ਇਹਦੀ ਫੈਮਿਲੀ ਨੂੰ ਵੀ, ਕਿਹਾ ਇਥੋਂ 3 ਡੱਬਾ ਚੁੱਕੋ ਤੇ ਕਿਤੇ ਹੋਰ ਜਾਓ, ਮਸ਼ੀਨ ਮਹੱਲਾ ਛੱਡੋ। ਹਾਂਜੀ ਇਹ ਵੀ ਆਰਡਰ ਹੋ ਗਏ ਜੇ। ਸ਼ਾਜੀ ਜਿੰਨੇ ਪੁਲਿਸ ਵਾਲੇ ਨੇ ਚੁੱਕਿਆ ਨਾ, ਮੈਨੂੰ ਲੱਗਦਾ ਕਿ ਉਹ ਤੁਹਾਡੀਆਂ ਵੀਡੀਓਜ਼ ਵੇਖਦਾ ਰਿਹਾ ਯਾਰ। ਪੁਲਿਸ ਵਾਲੇ ਨੂੰ ਅੱਜ ਅੱਲਾ ਦੀ ਕਸਮ, ਵੱਲਾ ਕਸਮ ਚੁੱਕ ਕੇ ਕਹਿਣ ਲੱਗਾ, ਅੱਲਾ ਪਾਕ ਦੀ ਕਸਮ, ਅੱਲਾ ਪਾਕ ਦੀ ਕਸਮ ਹੈ, ਜਦੋਂ ਮਠਿਆਈ ਵੰਡਣ ਲੱਗਾ ਨਾ ਉਸ ਤੋਂ ਪਹਿਲੇ
ਮੈਂ ਨਾ ਗੱਡੀ ਇੰਜ ਸਟਾਰਟ ਕੀਤੀ ਏ ਤੇ ਮੈਂ ਮਠਿਆਈ ਲੈਣ ਵਾਸਤੇ ਜਾ ਰਿਹਾ ਸਾਂ। ਰਾਹ 'ਚ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਨਾ ਇੱਕ ਐਲਾਨ ਕਰਾਂਗਾ। ਮੈਂ ਕਿਹਾ ਮੈਂ ਐਲਾਨ ਕਰਾਂਗਾ 3 ਬੰਦਿਆਂ ਦੇ ਇਨਾਮ ਦਾ। ਨੰਬਰ 1, ਇਹ ਜਿਹੜੇ SHO ਸਾਹਿਬ ਨੇ, ਇਹ ਬਖਿਦਮਤ ਜਨਾਬ SHO ਸਾਹਿਬ ਥਾਣਾ ਸਿਟੀ ਜੇਹਲਮ, ਇਹਨਾਂ ਨੂੰ ਮੈਂ ਇਨਾਮ ਦੇਣਾ 50,000 ਰੁਪਏ ਦਾ ਐਲਾਨ ਕਰਨਾ। ਦੂਸਰਾ ਬੰਦਾ ਇਹ ਹਮੀਰ ਅਲੀ ਕਾਦਰੀ ਸਾਹਿਬ, 50,000 ਰੁਪਏ ਦਾ ਇਹਨਾਂ ਦਾ ਮੈਂ ਐਲਾਨ ਕਰਨਾ। ਮਾਸ਼ਾਅੱਲਾ। ਤੇ ਤੀਸਰਾ ਬੰਦਾ ਉਹ ਹੱਥ ਕਿ ਜਿਹਦੇ ਹੱਥ 'ਚ ਕਲਮਦਾਨ ਸੀ, ਉਹ ਮੁਹਰਰ ਕਿ ਜਿੰਨੇ ਇਹ FIR ਕੱਟੀ, ਉਹਨੂੰ 50,000 ਰੁਪਏ ਦਾ ਮੈਂ ਐਲਾਨ ਕਰਨਾ। ਤੇ ਇਹ ਮੇਰੇ ਜ਼ਿਹਨ 'ਚ ਸੀ, ਇੱਕ ਮੇਰਾ ਅੰਦਰ ਜਜ਼ਬਾਤ ਮੇਰੇ ਇੱਕ ਜਿਹੜੇ ਸਨ ਉਹ ਕਿ ਮੈਂ ਇਹ ਕਰਾਂਗਾ ਇਨਸ਼ਾਅੱਲਾ ਤਾਲਾ। ਤੇ ਬਹਰਹਾਲ ਉਹ ਫਿਰ ਕੁਝ ਵਜੂਹਾਤ ਦੀ ਵਜ੍ਹਾ ਤੋਂ ਨਹੀਂ ਬਸ ਤੇ ਉਹ ਨਹੀਂ ਹੋ ਸਕਿਆ, ਲੇਕਿਨ ਇਹ ਆਪਣੇ ਜਜ਼ਬਾਤ ਤੇ ਕੋਈ ਇੰਜ ਦੇ ਨੇ। ਜੀ ਅਸਦ ਕਰੋ ਗੱਲ। ਸ਼ਾਹ ਜੀ ਨਹੀਂ ਹੈ ਤੇ ਉਹ ਮੈਂ ਕਹਿ ਰਿਹਾ ਕਿ ਉਹ ਆਪਣਾ ਜਿਹਨੇ ਨੱਪਿਆ ਨਾ ਪੁਲਿਸ ਵੱਲੋਂ, ਤੁਹਾਡੀਆਂ ਕਿਤੇ ਵੇਖਦਾ ਰਿਹਾ ਵੀਡੀਓ, ਜਿਵੇਂ ਤੁਸੀਂ ਘੇਰਾ ਘੂਰਾ ਪਾ ਕੇ ਆਜੋ ਆਜੋ ਨੇੜੇ ਨੇੜੇ ਹੋ ਜਾਓ, ਗੱਲ ਸੁਣਦੇ ਰਹਾ ਕਾਫੀ ਆਂਦੀਆਂ, ਉਹ ਨੱਪ ਲੈਂਦੇ ਹੋ ਤੁਸੀਂ ਇੱਕਦਮ। ਤੇ ਇਹ ਵੀ ਉਹ ਨਹੀਂ ਉਹ ਕੰਮ ਕੀਤਾ, ਉਹ ਨੇੜੇ ਹੋ ਥੋੜਾ ਜਿਹਾ ਨਾਲ ਹੀ। ਹਾਂ ਮੇਰੀ ਜੂਲੀਅਤ ਕਰਵਾਈ ਵਿੱਚੋਂ। ਅੱਲਾਹੁ ਅਕਬਰ, ਅੱਲਾਹੁ ਅਕਬਰ। ਉਹ ਬੜਾ ਕੱਚਾ ਪਿੰਡ ਹੈ। ਬਹਰਹਾਲ ਯਾਰ ਇਹ ਵੀਡੀਓ ਰਿਕਾਰਡ ਹੋ ਰਹੀ ਹੈ, YouTube ਤੇ ਵੀ ਜਾਣੀ ਹੈ। SHO ਸਾਹਿਬ ਮੁਫਤੀ ਮੁਬਸ਼ਰ ਇੱਕ ਆਲਿਮ ਹੈ ਤੇ ਇੱਕ ਸੈਯਦਜ਼ਾਦਾ ਹੈ, ਤੁਹਾਨੂੰ ਦੋਵਾਂ ਹੱਥਾਂ ਨਾਲ ਸਲੂਟ ਕਰਦਾ ਹੈ SHO ਸਾਹਿਬ। ਤੇ ਉਹ ਮੁਹਰਰ ਸਾਹਿਬ, ਤੁਹਾਨੂੰ ਮੈਂ ਤੁਹਾਡੇ ਜੋੜੇ ਵੀ ਚੁੰਮ ਕੇ ਆਜਤ ਸਲਾਮ ਕਰ ਰਿਹਾ ਜੀ, ਇਸਲਾਮ ਕਬੂਲ ਕਰੋ। ਤੇ ਇਨਾਮ ਤੇ ਚਲੋ ਮੇਰੇ ਜਜ਼ਬਾਤ ਸਨ, ਮੈਂ ਦੇਣਾ ਸੀ ਲੇਕਿਨ ਉਹ ਬਸ ਨਹੀਂ ਦੇ ਸਕਿਆ। ਲੇਕਿਨ ਇਹ ਇਸਲਾਮ ਕਬੂਲ ਕਰੋ, ਇਹ ਸਲੂਟ ਕਬੂਲ ਕਰੋ ਤੇ ਆਪਣੇ ਅੱਲਾ ਭਲਾ ਕਰੇ, ਅੱਲਾ ਅਜਰ ਦਵੇ ਹਮੀਰ ਅਲੀ ਕਾਦਰੀ ਸਾਹਿਬ, ਅੱਲਾ ਇਹਨਾਂ ਨੂੰ ਬੜੀ ਜਜ਼ਾ ਦਵੇ। ਇਹਨਾਂ ਨੂੰ 2-2 ਹੱਥਾਂ ਨਾਲ, ਤੇ ਮੇਰੇ ਹੋਰ ਵੀ ਹੱਥ ਹੁੰਦੇ ਤੇ ਉਹਨਾਂ ਸਾਰੇ ਹੱਥਾਂ ਨਾਲ ਮੈਂ ਸਲਾਮ, ਇਹ ਸਲੂਟ ਤੁਹਾਡੇ ਜੋੜਿਆਂ ਨੂੰ ਵੀ ਹੱਥ ਲਾ ਕੇ ਸਲਾਮ ਹੈ ਜੀ। ਬਾਬਾ ਜੀ ਹਮੀਰ ਅਲੀ ਕਾਦਰੀ ਸਾਹਿਬ ਸਲਾਮ ਹੈ। ਤੇ ਇਹ ਰੁਕਨੇ ਸ਼ੂਰਾ ਆਲਮੀ ਤਨਜ਼ੀਮੇ ਅਹਿਲੇ ਸੁਨਤ, ਵਾਹ ਭਾਈ ਵਾਹ, ਕਿਆ ਬਾਤ, ਬੜਾ ਕੰਮ ਕੀਤਾ ਜੇ ਭਾਈ। ਬਾਬਾ ਜੀ ਬੜਾ ਕੰਮ ਕੀਤਾ, ਇਹ ਕੋਈ ਛੋਟਾ ਕੰਮ ਨਹੀਂ ਭਾਈ, ਬੜਾ ਕੰਮ, ਬੜਾ ਵੱਡਾ ਕੰਮ ਹੈ। ਤੇ ਇੱਕ ਐਸੀ ਤਨਜ਼ੀਮ ਕਿ ਜਿਹਨੂੰ ਮੈਂ ਤੇ ਅੱਜ ਪਹਿਲੀ ਵਾਰ ਹੈ ਤਨਜ਼ੀਮ ਦਾ ਨਾਮ ਸੁਣਿਆ, ਤਨਜ਼ੀਮੇ ਆਲਮੀ ਤਨਜ਼ੀਮੇ ਅਹਿਲੇ ਸੁਨਤ। ਤੇ ਉਹਨਾਂ ਨੇ ਉਹ ਕੰਮ ਕਰ ਵਹਾਇਆ। ਤੇ ਇੱਥੇ ਤੇ ਵੱਡੀਆਂ ਵੱਡੀਆਂ ਤਨਜ਼ੀਮਾਂ ਬੈਠੀਆਂ ਸਨ ਜਿਨ੍ਹਾਂ ਨੇ ਇੱਕ ਹਰਫ ਤੱਕ ਨਹੀਂ ਬੋਲਿਆ, ਤੇ ਉਹਨਾਂ ਦੇ ਗੁੱਸਾ ਵੀ ਮੈਨੂੰ ਬੜਾ ਹੈ, ਵੱਟ ਬੜਾ ਜੇ ਮੈਨੂੰ, ਇਹ ਮੈਂ ਦੱਸ ਦਿਆਂ। ਤੇ ਮਾਸ਼ਾਅੱਲਾ ਕਿਆ ਬਾਤ ਹੈ। ਅੱਲਾ ਜਿਹਦੇ ਕੋਲ ਕੰਮ ਲੈ ਲੈ ਜੀ, ਜਿਹਦੇ ਕੋਲ ਕੰਮ ਲੈ ਲਓ। ਹਾਂਜੀ ਪੂਰੇ ਨਾ ਸ਼ਰੀਫ ਦੇ ਕੋਈ ਗੱਦੀ ਨਸ਼ੀਨ ਹੈਗੇ ਨੇ, ਗੱਦੀ ਨਸ਼ੀਨ ਜਿਹੜੇ ਮੁੱਦਈ ਬਣੇ ਨੇ। ਕਿੱਥੋਂ ਦੇ? ਨਿਆੜੀਆਂ ਸ਼ਰੀਫ ਨਾ, ਇਹ ਨਹੀਂ ਮਰਾੜੀਆਂ ਅੱਛਾ ਮੈਂ ਪੀਰ ਅਫਸਲ ਕਾਦੀ ਸਾਹਿਬ ਦਾ ਸ਼ਾਇਦ ਆਸਨ ਹੈ ਸ਼ਾਇਦ। अस्सलाम वालेकुम ਜੀ ਮਦਈ ਬਣੇ ਨੇ। ਤੇ ਮੈਂ ਇੱਕ ਗੱਲ ਸੋਚਣਾ ਪਿਆ ਕਿ ਲੈ ਤੂੰ ਕਹਿਣਾ ਸੀ ਨਾ ਬਾਬੇ ਬਾਬੇ ਬਾਬੇ, ਬਾਬੇ ਹੀ ਤੈਨੂੰ ਲੈ ਦੇ ਗਏ ਨੇ। ਬਾਬੇ ਹੀ मैं हजूर अर्ज करनी सी की हाल ने हजूर ठीक हो? जी 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 अल्लाह शुक्र। अच्छा हजूर है मराड़ियां शरीफ पीर अफजल कादरी साहब दा आस्थाना लिया ते ओ ही इस तंजीम अहले सुन्नत दे बानी ने। अच्छा जी अच्छा जी अच्छा जी। बड़ी तुसी कौन बोल रहे हो? अब्दुल्ला साहब बोल रहे? अच्छा जी जी ठीक है। मैं नहीं जानदा जे तुसी मेरे दस शहर रहे हो ना, मेरे शहर तो ने ते मैं अच्छी तरह शहर। जानदा। अच्छा ए हमीर साहब कौन है? किते उन्हां दे बेटे ते नहीं? नहीं उन्हां दे बेटे नहीं है, उन्हां दे बेटे उस्मान ने ते उसके छोटे दा मेरे ख्याल उमर है ना। अच्छा अच्छा चलो बहरहाल जो भी है जी, मैं नवा क्या ही बात है। वैसे ते पीर अफसल कादी साहब जो जिंदा सन ना उदों भी इन्हां ने मतलब ਇਹਦੇ ਬਾਰੇ ਕੀਤਾ ਸੀ। ਚਲੋ ਉਹਨਾਂ ਦੀ ਜ਼ਿੰਦਗੀ ਨੇ ਸਾਥ ਨਹੀਂ ਦਿੱਤਾ ਤੇ ਜੋ ਅੱਲਾ ਨੂੰ ਮਨਜ਼ੂਰ, ਲੇਕਿਨ ਚਲੋ बड़े दरवेश आदमी सी, थोड़े सख्त सी लेकिन बहुत दरवेश आदमी। ਲੇਕਿਨ ਇਹ ਵੇ ਕਿ ਚਲੋ ਉਹਨਾਂ ਦੇ ਵਿਸਾਲ ਤੋਂ ਬਾਅਦ ਹੀ ਇਹ ਕੰਮ ਹੋਇਆ ਤੇ
ਫਿਰ ਹੋਇਆ ਵੀ ਉਹਨਾਂ ਦੇ ਆਸਤਾਨੇ ਤੋਂ, ਤੇ ਬੜੀ ਗੱਲ ਹੈ ਭਾਈ, ਬੜੀ ਗੱਲ। ਇਹ ਜ਼ਰੂਰ ਮੇਰੇ ਖਿਆਲ ਵਿੱਚ ਜਿਹੜਾ ਨਾ ਕਨਫਰਮ ਤੇ ਨਹੀਂ ਮਨੂ ਕਿ ਉਹਨਾਂ ਦੇ ਭਤੀਜੇ ਨੇ। ਅੱਛਾ ਪੀਰ ਸਾਹਿਬ ਦੇ ਸੀ ਨਾ ਇੱਕ ਭਾਈ ਸੀ ਅਸ਼ਰਫ, ਮੁਫਤੀ ਅਸ਼ਰਫ ਉਲ ਕਾਦਰੀ ਸਾਹਿਬ ਨੇ, ਉਹ ਤੇ ਉਹਨਾਂ ਨੂੰ ਤਾਂ ਜਾਣਦੇ ਹੋਵੋਗੇ ਤੁਸੀਂ। ਜੀ ਹਾਂ ਜੀ ਇਹ ਮਿਸਾਲ ਫਰਮਾ ਗਏ ਨੇ ਨਾ। ਜੀ ਆ ਦੋਵੇਂ ਭਰਾ ਮਿਸਾਲ ਜੀ। ਉਹ ਮੇਰੇ ਖਿਆਲ ਚ ਇਹ ਅਰਸ਼ਦ ਉਹਨਾਂ ਦੇ ਭਾਈ ਨੇ, ਅਰਸ਼ਦ ਉਹਨਾਂ ਦਾ ਬੇਟਾ। ਅੱਛਾ ਅਸਲ ਚ ਨਾ ਵੇਖੋ ਮੇਰੀ ਮਜਬੂਰੀ ਹੈ ਵੇ ਕਿ ਮੈਂ ਨਾ, ਮੇਰਾ ਕਿਸੇ ਤਨਜ਼ੀਮ ਨਾਲ ਕੋਈ ਤਲਕ ਨਹੀਂ, ਕਿਸੇ ਮੌਲਾਨਾ ਸਾਹਿਬ ਨਾਲ ਕੋਈ ਤਲਕ ਨਹੀਂ। ਮੈਂ ਆਪਣੇ ਬਸ ਨੁੱਕਰ ਚ ਲੱਗ ਕੇ ਸੋਸ਼ਲ ਮੀਡੀਆ ਦੇ ਉੱਤੇ ਹੀ ਬਸ ਮੇਰੀ ਇਹ ਹੀ ਇੱਕ ਹੋਵੇ ਬਸ, ਤੇ ਬਸ ਇੰਨਾ ਕੁ ਹੈ ਕਿ ਮੈਂ ਇਹਨਾਂ ਬਜ਼ੁਰਗਾਂ ਤੋਂ ਜ਼ਿਆਦਾ ਨਾ ਵਾਕਫ ਨਹੀਂ, ਕਿਸੇ ਵੀ ਬਜ਼ੁਰਗ ਤੋਂ ਮੈਂ ਵਾਕਫ ਨਹੀਂ। ਤੇ ਬਸ ਫਿਰ ਕਦੀ ਕੋਈ ਦੋਸਤ ਦੱਸਦਾ ਹੈ ਤੇ ਫਿਰ ਮੈਨੂੰ ਪਤਾ ਚੱਲਦਾ ਹੈ ਜੀ। ਲੇਕਿਨ ਬੜੀ ਖੁਸ਼ੀ ਹੋਈ ਹੈ ਜ਼ੋਰ, ਅੱਜ ਬਹੁਤ ਖੁਸ਼ੀ ਹੋਈ, ਬੜੀ ਖੁਸ਼ੀ ਜੀ, ਬੜੀ ਈਦ ਦਾ ਸਮਾਂ, ਈਦ ਦਾ ਸਮਾਂ, ਬੜੀ ਖੁਸ਼ੀ ਜੀ, ਬੜੀ ਖੁਸ਼ੀ। ਸਾਧਨਾ ਦਾ ਕੇਕ ਵੀ ਕੱਟਿਆ, ਮਠਿਆਈਆਂ ਵੰਡੀਆਂ ਨੇ, ਆਹ ਤੇ ਵੱਡੀਆਂ ਕੋਈ ਨਹੀਂ ਅਜੇ ਤੱਕ, ਤੇ ਉਹਨਾਂ ਦੇ ਵੰਡ ਵੀ ਛੱਡੀਆਂ ਨੇ ਮਾਸ਼ਾਅੱਲਾ। ਅੱਛਾ ਹਜ਼ੂਰ, ਆਪ ਦੇ ਚੈਨਲ ਦੇ ਤਵਸਤ ਨਾਲ ਦਾਵਤ ਹੈ 12 ਰਬੀ ਅਵਲ ਵਾਲੇ ਦਿਨ ਸੁਬਹ ਫਜਰ ਟਾਈਮ। ਅੱਛਾ ਜੀ। ਤੁਹਾਡੇ ਪਾਕਿਸਤਾਨ 11 ਰਬੀ ਅਵਲ ਦਾ ਫਜਰ ਟਾਈਮ ਹੋਵੇਗਾ ਇਨਸ਼ਾਅੱਲਾ, ਗੁੰਬਦੇ ਹਜ਼ਰਾ ਦੇ ਸਾਏ ਦੇ ਥੱਲੇ ਜਨਾਬ ਦਰੂਦ ਸ਼ਰੀਫ ਦੇ ਨਾਲ ਕੇਕ ਕੱਟਿਆ ਜਾਏਗਾ, ਤੇ ਇਸ ਚੈਨਲ ਤੋਂ ਮੈਂ ਲਾਈਵ ਆਵਾਂਗਾ। ਵਾਹ ਸੁਭਾਨ ਅੱਲਾਹ, ਸੁਭਾਨ ਅੱਲਾਹ, ਮਾਸ਼ਾਅੱਲਾ, ਸੁਭਾਨ ਕੀ ਬਾਤ ਹੈ, ਕੀ ਬਾਤ ਹੈ ਭਾਈ, ਕੀ ਬਾਤ ਹੈ ਭਾਈ। ਤੇ ਸਾਡੀ ਵੀ ਕੋਈ ਭੋਲੀ ਜੀ ਦੁਆ ਕਰ ਦਿਓ ਕਿ ਸਰਕਾਰ ਜੀ 12 ਰਬੀਉਲ ਅਵਲ ਤੇ ਮੁਬਸ਼ਰ ਸ਼ਾਹ ਨੂੰ ਵੀ ਸੱਦ ਲਓ, ਮੈਂ ਵੀ ਉੱਥੇ ਨਾਲ ਹੀ ਹੋਵਾਂ ਹੈ ਜੀ। ਜ਼ਰੂਰ, ਸਾਡੀ ਵੀ ਟੋਰ ਦਿਓ, ਕੋਈ ਅਰਜ਼ੀ ਟੋਰ ਦਿਓ ਸਰਕਾਰ ਦੀ ਬਾਰਗਾਹ ਚ। ਜੀ ਜ਼ਰੂਰ, ਮੈਂ ਜ਼ਰੂਰ ਇੰਸ਼ਾਅੱਲਾ, ਮੈਂ ਪੂਰਾ ਤਿਆਰੀ ਕਰ ਲਈ ਆਪਣੀ, ਤੇ ਪੂਰੇ ਅਸੀਂ ਜਾ ਰਹੇ ਹਾਂ ਇਕੱਠੇ ਹੋ ਕੇ। ਬਿਲਕੁਲ ਠੀਕ, ਬਿਲਕੁਲ ਠੀਕ ਹੈ ਜੀ। ਤੇ ਮਸਜਿਦ ਨਬਵੀ ਅਪਾਇੰਟਮੈਂਟ ਲੈ ਕੇ ਤੇ ਨਹੀਂ ਜਾਣ ਦੀ ਜ਼ਰੂਰਤ? ਨਹੀਂ ਉਹ ਤੇ ਰਿਆਜ਼ੁਲ ਜੰਨਾ ਵਾਸਤੇ ਹੈ ਨਾ, ਰਿਆਜ਼ੁਲ ਜੰਨਾ ਵਾਸਤੇ ਵੇ, ਤੇ ਲੇਕਿਨ ਉਂਝ ਤੇ ਕੋਈ ਨਹੀਂ, ਇਜਾਜ਼ਤ ਮੈਂ ਤੇ ਗੱਲ ਹੈ ਵੇ ਕਿ ਜਦੋਂ ਹਜ਼ੂਰ ਜੀ ਇਜਾਜ਼ਤ ਦੇਣਗੇ ਤੇ ਉਦੋਂ ਹੀ ਹੋਣਾ ਨਾ, ਉਦੋਂ ਤੇ ਫਿਰ ਸਾਰੇ ਬੰਦ ਦਰਵਾਜ਼ੇ ਵੀ ਇੰਜ ਖੁੱਲ ਜਾਣੇ ਨੇ। ਬਿਲਕੁਲ ਇਸ ਤਰ੍ਹਾਂ ਹੀ ਹਾਂਜੀ, ਸ਼ੱਕ ਨਹੀਂ ਜੀ, ਬਿਲਕੁਲ ਇੰਜ ਹੀ, ਬਿਲਕੁਲ ਬੰਦ ਦਰਵਾਜ਼ੇ ਵੀ ਖੁੱਲ ਜਾਣੇ ਨੇ। ਮੈਨੂੰ ਯਾਦ ਹੈ ਕਿ ਇੱਕ ਦਫਾ ਮੈਂ ਫਜਰ ਦੀ ਨਮਾਜ਼ ਤੋਂ ਪਹਿਲੇ ਦਾ ਟਾਈਮ ਸੀ, ਬਲਕਿ ਨਹੀਂ 1-1:30 ਵਜੇ ਦਾ ਟਾਈਮ ਸੀ, ਤੇ ਮੈਂ ਹੋਟਲ ਤੋਂ ਉੱਠਿਆ ਤੇ ਜਾ ਕੇ ਰੋਜ਼ਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਮਣੇ ਨਾ ਖੜਾ ਹੋ ਗਿਆ, ਤੇ ਉਹ ਨਾ ਤਾਂ ਐਵੇਂ ਉਹਨਾਂ ਦੀ ਤੇ ਨਾ ਖੁਸ਼ਬੂ ਹੈ ਦੋ ਆਲਮ में, मैं वो नात पढ़ना पिया और बड़े जज्बात विच ना, ते थोड़ी ना मैं उच्ची आवाज पढ़नी शुरू कर दी, ते बस उत्थे ना आ गया लाल रुमाल वाला। अच्छा, उन एक दफा आया तो मैं उन्होंने इशारा किया हथ नाल, मैं कहा मैं इस जज्बात जंग तो परा ही टूट दिया नहीं चंगा। लेकिन वो किथे रहंदे ने, वो आ गया कोले मेरे आके मनु कहंदा वा गाने बंद कर। अच्छा, बड़ा ਉਹਦੇ ਨਾਲ ਤਾਜੁਬ ਹੋਇਆ, ਮੈਨੂੰ ਕਿਹਾ ਯਾਰ ਗੱਲ ਇੰਜ ਹੈ ਕਿ ਮੈਂ ਨਾ ਇਸ ਟਾਈਮ ਕਿਸੇ ਹੋਰ ਮਾਹੌਲ ਵਿੱਚ ਆ, ਕਿਸੇ ਹੋਰ ਰੰਗ ਵਿੱਚ, ਤੇਰੀ ਮਿਹਰਬਾਨੀ ਚਲਾ ਜਾ। ਉਹ ਲੇਕਿਨ ਉਹ ਨਹੀਂ ਕਹਿੰਦਾ ਨਾ ਛੇੜ ਮਲੰਗਾ ਨੂੰ, ਕਹਿੰਦਾ ਨਹੀਂ, ਮੈਂ ਕਿਹਾ ਆ ਜਾ ਫਿਰ। ਮੈਂ ਕਿਹਾ ਜੀ, ਕਹਿੰਦਾ ਕੀ ਕਰਨਾ ਹੈ, ਮੈਂ ਕਿਹਾ ਜੀ ਨਾਸ਼ ਸ਼ਰੀਫ ਪੜ੍ਹਦਾ ਸੀ, ਕਹਿੰਦਾ ਇਹ ਕਿੱਥੇ ਲਿਖਿਆ ਜਾ ਕੇ ਨਾਤ ਪੜ੍ਹਨੀ ਚਾਹੀਦੀ। अच्छा मैं क्या अच्छा, मैं क्या जनाब तुसी आ उत्ते बड़ा ले सुअर माल थले को पाई पजामा पाए है थले, मैं क्या किथे लिखे है? बिल्कुल ठीक, इनु कहते हैं ऐसे ऐसे को तैसा। मैं कहना ये लिबास है। अच्छा लिबास, ते तू जे को पढ़ना पे ओदा तन्नू गुनाह है। मैं क्या अच्छा,
ਮੈਂ ਕਿਹਾ ਤੂੰ ਜੇ ਕੋਈ ਨਹੀਂ ਲਿਖਿਆ ਹਦੀਸ ਵਿੱਚ ਪਾਇਆ ਤੁਹਾਨੂੰ ਸਵਾਬ ਹੈ? कहना नहीं ना इसका स्वाब है ना गुनाह है। अच्छा फिर मैं कब ऐसा कोई ला दे है ना मैं क्या मैं नात पढ़ना पिया कहना ते स्वाब वास्ते पढ़ना होगा पे मैं क्या नहीं कहना क्यों पढ़ना पे मैं क्या जवाब वास्ते। अच्छा कि मैं क्या सवाल करना पिया ते कदे ते जवाब दे लेना को अल्लाह ते मैं क्या तू भाई मेहरबानी कर ना मैं सवाब वास्ते पढ़ना पिया ते ना गुनाह वास्ते। ठीक है वो बस आनी गल की चुप करके उठ के टुर गया उन्हें दूजी गल नहीं करना सी। उन्हें क्या बंदा ना सिर फिरे आए इन्ना गल ना करो। जरूर वो जेड़ा टाइम हुंदा ना आप दी बारगाह च पेश होण दा एक ते रश नहीं हुंदा बिल्कुल रश नहीं हुंदा और बंदा कल्ला वो सरकार नाल ना अपने दिल दीयां गल्लां करदा बंदा कर सकदा जी हां जी। अच्छा अब्दुल्ला तू है मेरे नाल व्हाट्सएप ते जी जरूर है ना मैं ਤੁਹਾਨੂੰ ਅਕਸਰ ਹਾਲ ਵਾਲ ਪੁੱਛੀਦਾ अच्छा ਹੁਣੇ ਮੈਂ ਮੈਸੇਜ ਕਰਨਾ। अच्छा ਜੀ ਤੁਹਾਡੇ ਕੋਲੋਂ ਖਬਰ ਲੱਭੀ ਮੈਨੂੰ ਅੱਜ ਇੰਜੀਨੀਅਰ ਮੁਰਤਦ ਸਾਹਿਬ ਦੀ। अच्छा ਜੀ ਅਸਲੀ ਸਾਡੇ ਕੋਲੇ ਵੀ ਇਹਦੇ ਬੜੇ ਫਾਲੋਅਰ ਨੇ ਡਾਢੇ ਫਾਲੋਅਰ। ਉਹ ਨਹੀਂ ਹੁਣ ਫਾਲੋਅਰ ਉਹ ਡਾਢੇ ਟੁੱਡੇ ਟੁੱਟ ਜਾਣੇ ਨੇ ਉਹ ਕੰਮ ਖਤਮ ਹੋ ਜਾਣਾ ਗੇਮ ਓਵਰ। ਅੱਜ ਉਹਨਾਂ ਦੀ ਮੌਤ ਹੋਈ ਪਈ ਜੀ। ਹਾਂਜੀ ਨਹੀਂ ਉਹ ਬਸ ਗੇਮ ਓਵਰ ਹੋ ਗਈ ਬਸ ਅੱਜ ਬਸ ਆਖਰੀ ਦਿਨ ਸੀ ਤੇ ਇਸ ਤੋਂ ਬਾਅਦ ਹੌਲੀ ਕਿਉਂਕਿ ਇੱਕ ਗੁਬਾਰ ਆਇਆ ਸੀ ਨਾ ਤੇ ਹੁਣ ਹੌਲੀ ਨਾ ਥੱਲੇ ਆਂਦਾ ਇਹ ਕੋਈ ਸਾਲ 6 ਮਹੀਨੇ ਲੱਗੇਗਾ ਤੇ ਬਸ ਖਤਮ ਹੋ ਜਾਣਾ ਕਿੱਸਾ ਕਹਾਣੀ ਖਤਮ। ਹਕੀਮ ਨੂਰੇ ਦੀ ਲੌਂਡੀ ਸੀ ਨੱਛੋ ਬਾਂਦਰੀ ਤੇ ਹਕੀਮ ਨੂਰੇ ਦੀਆਂ ਬੜੀਆਂ ਮੌਜਾਂ ਲੱਗੀਆਂ ਰਹੀਆਂ ਨੇ। ਉਸਨੇ ਕਹਾ 20 दफा मुझे